ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਗੱਲ ਕਰਾਂਗੇ। ਮੁੱਦਾ ਹੈ ਭਾਰਤ ਤੇ ਚੀਨ ਵਿਵਾਦ ਦਾ। ਅੱਜ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਭਾਰਤ ਚੀਨ ਦੇ ਵਿੱਚ 11 ਘੰਟੇ ਮੀਟਿੰਗ ਚੱਲੀ ਹੈ। ਉਹਦੇ 'ਚ ਸਹਿਮਤੀ ਹੋ ਗਈ ਹੈ ਕਿ ਭਾਰਤ ਤੇ ਚੀਨ ਆਪਣੀਆਂ ਫੌਜਾਂ ਪਿੱਛੇ ਖਿੱਚੇਗਾ। ਪਰ ਚੀਨ ਨੇ ਸਹਿਮਤੀ ਜਤਾਈ ਹੈ ਕਿਉਂਕਿ ਮਾਲਡੂ ਦੇ ਵਿੱਚ ਚੀਨ ਦੀ LOC ਦੇ ਵਿੱਚ ਇਹ ਮੀਟਿੰਗ ਹੋਈ ਸੀ। ਇਹ ਮੀਟਿੰਗ ਚੀਨ ਨੇ ਸੱਦੀ ਸੀ। ਉੱਥੇ ਇਹ ਫੈਸਲਾ ਹੋਇਆ ਕਿ ਚੀਨ ਆਪਣੀਆਂ ਫੌਜਾਂ ਪਿੱਛੇ ਖਿੱਚੇਗਾ। ਉਹੀ ਸਥਿਤੀ ਰਹੂਗੀ ਜੋ ਮਾਰਚ ਅਪ੍ਰੈਲ ਵਿੱਚ ਸੀਗੀ ਤੇ 1962 ਵਿੱਚ ਜਿਹੜਾ ਸਟੇਟਸ ਸੀਗਾ ਉਹ ਕੋ ਰਹੇਗਾ। ਹੁਣ ਸਵਾਲ ਸਾਰੇ ਦੇਸ਼ ਦੇ ਨਾਗਰਿਕਾਂ ਵਿੱਚ ਇਹੀ ਆ ਕਿ ਚੀਨ ਪਹਿਲਾਂ ਵੀ ਮੀਟਿੰਗਾਂ ਕਰਦਾ ਸੀ, ਪਹਿਲਾਂ ਵੀ ਸਹਿਮਤੀ ਜਤਾਉਂਦਾ ਸੀ। ਹਾਲਾਂਕਿ ਪਿੱਛੇ ਜੇ 6 ਜੂਨ ਨੂੰ ਇਹ ਸਹਿਮਤੀ ਹੋਈ ਸੀ ਕਿ ਦੋਨੋਂ ਦੇਸ਼ ਆਪਣੀਆਂ ਫੌਜਾਂ ਪਿੱਛੇ ਖਿੱਚਣਗੇ ਤੇ ਤੁਸੀਂ ਦੇਖਿਆ 15 ਜੂਨ ਦੀ ਰਾਤ ਨੂੰ ਖੂਨੀ ਸੰਘਰਸ਼ ਹੋਇਆ ਤੇ ਸਾਡੇ ਲੈਫਟੀਨੈਂਟ ਕਮਾਂਡਰ ਸੁਰੇਸ਼ ਬਾਬੂ ਉਹ ਜ਼ਮੀਨੀ ਹਕੀਕਤ ਦੇਖਣ ਗਏ ਸੀ ਤੇ ਚੀਨੀਆਂ ਨੇ ਬਾਅਦ 'ਚ ਦਗਾ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ। ਉਹ ਸ਼ਹੀਦ ਹੋ ਗਏ। ਉਹਦਾ ਵਜ੍ਹਾ ਇੱਕੋ ਹੀ ਸੀ ਵੀ ਜ਼ਮੀਨੀ ਹਕੀਕਤ ਦੇਖਣ ਗਏ ਸੀ। ਉੱਥੇ ਚੀਨੀ ਤੰਬੂ ਗੱਡ ਰਹੇ ਸੀ ਤੇ ਕਬਜ਼ਾ ਕਰ ਰਹੇ ਸੀ। ਜਦੋਂ ਵਿਰੋਧਤਾ ਆਪੱਤੀ ਜਤਾਈ ਸੁਰੇਸ਼ ਬਾਬੂ ਨੇ, ਉੱਥੇ ਯੁੱਧ ਹੋ ਗਿਆ, ਸੰਘਰਸ਼ ਹੋ ਗਿਆ। ਹਾਲਾਂਕਿ ਸਾਡੇ ਵੀਰ ਜਵਾਨਾਂ ਨੇ ਵੀ ਘੱਟ ਨਹੀਂ ਕੀਤਾ। ਅੱਜ ਮੰਨਿਆ ਚੀਨ ਨੇ ਵੀ ਸਾਡੇ ਵੀ ਜਿਹੜੇ ਅਫਸਰ ਉਹ ਵੀ ਜਿਹੜੇ ਹੈ ਮਰ ਚੁੱਕੇ ਨੇ ਔਰ ਕਈ ਬਹੁਤ ਜ਼ਿਆਦਾ 20 ਤੋਂ ਵੱਧ ਜ਼ਖਮੀ ਵੀ ਹੋ ਚੁੱਕੇ ਨੇ। ਹਾਲਾਂਕਿ ਖਬਰਾਂ ਤਾਂ ਬਹੁਤ ਜ਼ਿਆਦਾ ਆਉਂਦੀਆਂ, 50 ਤੋਂ ਉੱਪਰ ਦੀਆਂ ਆ ਰਹੀਆਂ, ਪਰ ਇਹ ਚੀਨ ਨੇ ਹਲੇ ਕੋਈ ਅੰਕੜਾ ਨਹੀਂ ਦਿੱਤਾ। ਲੇਕਿਨ ਇਹ ਜ਼ਰੂਰ ਮੰਨ ਲਿਆ ਵੀ ਮੇਰੇ ਵੀ ਅਫਸਰ ਜਿਹੜੇ ਹੈ ਮਰੇ ਨੇ। ਚਲੋ ਹੁਣ ਗੱਲ ਇਹ ਆ ਕਿ ਜ਼ਮੀਨੀ ਹਕੀਕਤ ਕੀ ਚੀਨ ਜੋ ਸਹਿਮਤੀ ਕੀਤੀ ਆ ਉਹ ਰੱਖੂਗਾ। ਅੱਜ ਸਰਕਾਰਾਂ ਤੇ ਸਵਾਲ ਫਿਰ ਆ ਗਿਆ ਵੀ ਪਹਿਲਾਂ ਵੀ ਚੀਨ ਨੇ ਵਾਅਦਾ ਕੀਤਾ ਸੀ ਤੇ ਹੁਣ ਦਗਾ ਕੀਤਾ ਤੇ ਹੁਣ ਫਿਰ ਵਾਅਦਾ ਕਰਕੇ ਗਏ ਨੇ। ਹੁਣ ਦੇਖਣਾ ਹੋਊਗਾ ਵੀ ਸਰਕਾਰਾਂ ਇਹਨੂੰ ਕਿੱਦਾਂ ਫੁੱਲਫਿਲ ਕਰਦੀਆਂ। ਦੂਜਾ, ਸਾਰੀ ਦੁਨੀਆ ਨੂੰ ਪਤਾ ਭਾਰਤ ਯੁੱਧ ਨਹੀਂ ਚਾਹੁੰਦਾ, ਭਾਰਤ ਸ਼ਾਂਤੀ ਪ੍ਰਿਯ ਦੇਸ਼ ਆ। ਲੇਕਿਨ ਭਾਰਤ ਨਾਲ ਅਗਰ ਕੋਈ ਬਿਨਾਂ ਵਜ੍ਹਾ ਯੁੱਧ ਚਾਹੇ ਅੱਖਾਂ ਦਿਖਾਵੇ ਤੇ ਭਾਰਤ ਨੂੰ ਅੱਜ ਜਵਾਬ ਦੇਣਾ ਵੀ ਆਂਦਾ। ਇਸੇ ਵਜ੍ਹਾ ਕਰਕੇ ਚੀਨ ਨੇ ਪੈਰ ਪਿੱਛੇ ਚੱਕੇ ਨੇ ਤੇ ਅੱਜ ਮੈਂ ਕਹਾਂਗਾ ਵੀ ਭਾਰਤ ਦੀ ਇੱਕ ਕੂਟਨੀਤਿਕ ਜਿਹੜੀ ਜਿੱਤ ਹੋਈ ਆ ਬਹੁਤ ਵੱਡੀ ਜਿੱਤ ਹੋਈ ਆ। ਦੂਸਰੀ ਵੱਡੀ ਖਬਰ ਇਹ ਹੈ ਵੀ ਦੇਸ਼ ਦੇ ਅੰਦਰ ਜਿੱਥੇ ਕਰੋਨਾ ਨਾਲ ਮਹਾਮਾਰੀ ਨਾਲ ਅਰਥ ਵਿਵਸਥਾ ਜਿਹੜੀ ਪਟੜੀ ਤੋਂ ਉਤਰੀ ਹੋਈ ਆ ਤੇ ਭਾਰਤ ਸਰਕਾਰ ਰੋਜ਼ 10-12 ਦਿਨ ਹੋ ਚੁੱਕੇ ਨੇ ਤੇਲ ਦੀਆਂ ਕੀਮਤਾਂ ਵਧਾਈ ਜਾ ਰਹੀ ਹੈ। ਤੀਸਰੀ ਵੀ ਇੱਕ ਹੋਰ ਵੱਡੀ ਖਬਰ ਰਾਹਤ ਵਾਲੀ ਆਈ ਹੈ ਕਿ ਸਾਡੇ ਦੇਸ਼ ਦੇ ਆਯੁਰਵੈਦਿਕ ਜਿਹੜੇ ਬਾਬਾ ਰਾਮਦੇਵ ਪਤੰਜਲੀ ਜਿਹੜੀ ਸੰਸਥਾ ਹੈ ਉਹਨਾਂ ਨੇ ਦਾਅਵਾ ਕਰ ਦਿੱਤਾ ਕਿ ਅਸੀਂ 7 ਦਿਨਾਂ ਦੇ ਅੰਦਰ ਅੰਦਰ ਕਰੋਨਾ ਪੀੜਿਤ ਮਰੀਜ਼ਾਂ ਨੂੰ ਠੀਕ ਕਰ ਸਕਦੇ ਹਾਂ। ਉਹਨਾਂ ਨੇ ਇੱਕ ਦਿਵਯ ਕਲੋਰਿਲ ਜਿਹੜੀ ਹੈ ਉਹ ਟੈਬਲੇਟ ਕੱਢ ਦਿੱਤੀ ਹੈ। ਬਹੁਤ ਅੱਛੀ ਖਬਰ ਹੈ। ਭਾਰਤ ਦਾ ਰਿਸ਼ੀਆਂ ਮੁਨੀਆਂ ਤੋਂ ਚੱਲਦਾ ਆ ਰਿਹਾ। ਇਸ ਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਰੂਬਰੂ ਕਰਾ ਦੇਵਾਂ ਕਾਂਗਰਸ ਦੇ ਸੀਨੀਅਰ ਆਗੂ ਨੇ ਰਾਧੇ ਸ਼ਾਹ ਮੂਜਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਰਜਨੀਸ਼ ਧੀਮਾਨ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਕਮਲ ਗੁਰਨੂਰ ਜੀ, ਇਹ ਸਮਾਜ ਸੇਵੀ ਨੇ, ਪੋਲੀਟੀਕਲ ਆਗੂ ਵੀ ਨੇ, ਬਹੁਤ ਬਹੁਤ ਸਵਾਗਤ ਹੈ ਜੀ ਕਮਲ ਜੀ। ਸਭ ਤੋਂ ਪਹਿਲਾਂ ਹਾਂਜੀ, ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਦੇ ਸਾਡੇ ਨੁਮਾਇੰਦੇ ਬੈਠੇ ਆ, ਕੀ ਕਹਿਣਾ ਚਾਹੁੰਦੇ ਰਜਨੀਸ਼ ਜੀ? ਕਿਉਂਕਿ ਤੁਹਾਡੇ ਉੱਤੇ ਬਹੁਤ ਕਾਂਗਰਸ ਨੇ ਵੀ ਪ੍ਰਹਾਰ ਕੀਤੇ ਹੈ, ਪੁੱਛਿਆ ਔਰ ਦੇਸ਼ ਵੀ ਪੁੱਛ ਰਿਹਾ ਵੀ ਅਗਰ ਜੇ ਵਾਰਤਾਲਾਵਾਂ ਹੋਈਆਂ, ਮੀਟਿੰਗਾਂ ਹੋਈਆਂ, ਸਹਿਮਤੀ ਹੋ ਗਈ, ਫਿਰ ਜ਼ਮੀਨੀ ਹਕੀਕਤ ਦੇ ਵਿੱਚ ਸਾਡੇ ਜਵਾਨ ਕਿਉਂ ਸ਼ਹੀਦ ਹੋਏ? ਉਹਦਾ ਕਾਰਨ ਕੀ ਹੈ? ਦੇਖੋ, ਡਿਪਲੋਮੈਟਿਕ ਤੌਰ ਤੇ ਕੋਈ ਵੀ ਗੱਲਾਂ ਬਾਤਾਂ ਆਪਸ ਦੇ ਵਿੱਚ ਦੋ ਦੇਸ਼ਾਂ 'ਚ ਕਦੀ ਵੀ ਚੱਲਦੀਆਂ ਰਹਿੰਦੀਆਂ। ਉਹ ਯੁੱਧ ਚੱਲਦੇ ਦੇ ਵਿੱਚ ਵੀ ਡਿਪਲੋਮੈਟਿਕ ਤੌਰ ਤੇ ਗੱਲਬਾਤ ਹੋ ਸਕਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਭਾਰਤ ਨੇ ਕਿਸੇ ਗੱਲ ਲਈ ਸਰੈਂਡਰ ਕਰਤਾ, ਉਲਟਾ ਚਾਈਨਾ ਨੂੰ ਪਿੱਛੇ ਹਟਣ ਦੇ ਲਈ ਮਜਬੂਰ ਕਰਤਾ। ਅਸੀਂ ਆਪਣੀ ਲਾਈਨ ਤੇ ਪਹਿਲਾਂ ਵੀ ਮੌਜੂਦ ਸੀ, ਅੱਜ ਵੀ ਉੱਥੇ ਮੌਜੂਦ ਹਾਂ ਜੀ। ਔਰ ਮੈਂ ਇੱਕ ਗੱਲ ਬੜੀ ਗੰਭੀਰਤਾ ਦੇ ਨਾਲ ਆਪਾਂ ਪਿਛਲੀ ਵਾਰੀ ਵੀ ਇਹ ਗੱਲ ਸਾਂਝੀ ਕੀਤੀ ਸੀ ਕਿ ਅੱਜ ਜੋ ਮੋਦੀ ਜੀ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਆਪਣੀਆਂ ਫੌਜਾਂ ਨੂੰ ਫੁੱਲ ਅਖਤਿਆਰ ਦਿੱਤੇ ਆ ਚਾਈਨਾ ਦੇ ਬਾਰਡਰ ਤੇ, ਉਹਦਾ ਮਤਲਬ ਬਹੁਤ ਗੰਭੀਰ ਆ। ਉਸ ਗੱਲ ਨੂੰ ਅਸੀਂ ਲਾਈਟਲੀ ਨਹੀਂ ਲੈ ਸਕਦੇ। ਫੌਜਾਂ ਇਸ ਗੱਲ ਦੀ ਹਮੇਸ਼ਾ, ਕਿਉਂਕਿ ਉਹ ਬਾਰਡਰ ਸਿਕਿਉਰਿਟੀ ਨੇ, ਉਹਨਾਂ ਨੇ ਉੱਥੇ ਦੀ ਰੱਖਿਆ ਕਰਨੀ ਹੈ, ਸਾਡੇ ਦੇਸ਼ ਦੀ ਰੱਖਿਆ ਕਰਨੀ ਆ, ਉਹ ਹਮੇਸ਼ਾ ਇਸ ਗੱਲ ਦੀ ਪਹਿਰੇਦਾਰੀ ਕਰਨਗੀਆਂ
ਰਾਜਨੀਤਿਕ ਤੌਰ ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਕੋਈ ਵੀ ਡਿਪਲੋਮੈਟ ਗੱਲਬਾਤ ਹੁੰਦੀ ਰਹੇਗੀ, ਲੇਕਿਨ ਆਪਣੇ ਦੇਸ਼ ਦੀ 1 ਇੰਚ ਭੂਮੀ ਵੀ ਜੀ ਕਿਸੇ ਦੁਸ਼ਮਣ ਕੋਲ ਚਲੇ ਜਾਵੇ, ਉਹ ਸਾਡੇ ਤੇ ਕਿਸੇ ਢੰਗ ਨਾਲ ਹਾਵੀ ਹੋ ਜਾਵੇ ਔਰ ਸਾਡੇ ਫੌਜੀ ਜਵਾਨ ਪਿੱਛੇ ਆਪਣੇ ਆਰਡਰ ਨੂੰ ਉਡੀਕਦੇ ਰਹਿਣ, ਇਸ ਤਰ੍ਹਾਂ ਦੀ ਪੋਜੀਸ਼ਨ ਚੋਂ ਅੱਜ ਜੇ ਕੱਢ ਕੇ ਖੜਾ ਕੀਤਾ ਤਾਂ ਅੱਜ ਦੀ ਕੇਂਦਰ ਸਰਕਾਰ ਨੇ ਖੜਾ ਕੀਤਾ। ਪਰ ਉਹ 'ਚ ਬਹੁਤ ਵੱਡਾ ਨੁਕਸਾਨ ਹੋ ਗਿਆ। ਮੈਂ ਗੁਰਨੂਰ ਜੀ ਨੂੰ ਪੁੱਛਦਾ, ਗੁਰਨੂਰ ਜੀ ਤੁਸੀਂ ਦੇਖਿਆ ਹੋਣਾ ਸਾਡੇ 20 ਜਵਾਨ ਸ਼ਹੀਦ ਹੋ ਗਏ ਨੇ ਔਰ ਦੇਸ਼ ਵੀ ਪੁੱਛ ਰਿਹਾ ਔਰ ਵਿਰੋਧੀ ਧਿਰ ਵੀ ਪੁੱਛ ਰਹੇ ਨੇ, ਆਪੋਜੀਸ਼ਨ ਵੀ ਪੁੱਛ ਰਹੀ ਆ। ਕੀ ਸਮਝਦੇ ਹੋ ਵੀ ਇਹ ਜਿਹੜਾ ਆਰਡਰ ਦਿੱਤਾ, ਜਿਹੜਾ ਧੀਮਾਨ ਜੀ ਕਹਿ ਰਹੇ ਨੇ, ਇਹ ਆਰਡਰ ਦੇਣ 'ਚ ਲੇਟ ਨਹੀਂ ਕਰ ਦਿੱਤਾ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜੇ 20 ਜਵਾਨ ਸ਼ਹੀਦ ਹੋਏ ਆ, ਅਸੀਂ ਸਿਰ ਝੁਕਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਕਿਉਂਕਿ ਦੇਸ਼ ਦੀ ਰਾਖੀ ਕਰਦੇ ਕਰਦੇ ਜਿਹੜਾ ਵੀ ਜਵਾਨ ਸ਼ਹੀਦ ਹੁੰਦਾ, ਉਹ ਅਸਲੀ ਇਸ਼ਕ ਹੁੰਦਾ ਦੇਸ਼ ਪ੍ਰਤੀ, ਤੇ ਉਹਨੂੰ ਸਾਡੇ ਜਵਾਨਾਂ ਨੇ ਕਰਕੇ ਦਿਖਾਇਆ। ਤੇ ਇੱਕ ਸਰ ਤੁਸੀਂ ਇੰਟਰੋਡਕਸ਼ਨ 'ਚ ਕਿਹਾ ਕਿ ਜਿਹੜੇ ਸਾਡੇ ਬਾਬੂ ਜੀ, ਕਰਨਲ ਬਾਬੂ ਜੀ, ਸੁਰੇਸ਼ ਬਾਬੂ ਜੀ ਜਿਹੜੇ ਸ਼ਹੀਦ ਹੋਏ ਆ, ਤੇ ਉਹ ਦੇਖਣ ਗਏ ਸੀ, ਗਰਾਊਂਡ ਰਿਐਲਿਟੀ ਦੇਖਣ ਗਏ ਸੀ ਕਿ ਕਿੱਥੇ ਚੀਨੀਆਂ ਨੇ ਸਾਡੇ ਦੇਸ਼ 'ਚ ਕਬਜ਼ਾ ਤਾਂ ਨਹੀਂ ਕਰ ਰਹੇ। ਤੇ ਪਰ ਜੇ ਤੁਸੀਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਜੇ ਤੁਸੀਂ ਸਪੀਚ ਸੁਣੋ ਜਾਂ ਉਹਨਾਂ ਦਾ ਜਿਹੜੀ ਸਟੇਟਮੈਂਟ ਆਈ ਹੈ, ਉਹਨਾਂ ਨੇ ਕਲੀਅਰ ਕੀਤਾ ਹੈ ਕਿ ਸਾਡੇ ਦੇਸ਼ 'ਚ ਨਾ ਕਬਜ਼ਾ ਹੋਇਆ, ਨਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਰੇ ਨਾਲ ਬੜੇ ਸਤਿਕਾਰਯੋਗ ਬੀਜੇਪੀ ਦੇ ਬੁਲਾਰੇ ਬੈਠੇ ਨੇ, ਸਾਡੇ ਸਾਰਿਆਂ ਦਾ ਸਿਰਫ ਇੱਕੋ ਸਵਾਲ ਹੈ, ਸਾਰੇ ਲੋਕਾਂ ਦਾ ਵੀ ਤੇ ਪਰਿਵਾਰ ਦਾ ਵੀ, ਜੇ ਚੀਨੀਆਂ ਨੇ ਸਾਡੇ ਦੇਸ਼ 'ਚ ਵੜਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਾਡੇ 20 ਜਵਾਨ ਸ਼ਹੀਦ ਕਿਵੇਂ ਹੋ ਗਏ ਜੀ, ਕਿਵੇਂ ਹੋ ਗਏ? ਇਹ ਇੱਕ ਬੜਾ ਵੱਡਾ ਸਵਾਲ ਹੈ, ਕਿਉਂਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਸਪਸ਼ਟੀਕਰਨ ਕਰਤਾ ਹੈ ਕਿ ਨਾ ਉਹਨਾਂ ਨੇ ਦਖਲ ਅੰਦਾਜ਼ੀ ਕੀਤੀ ਹੈ, ਨਾ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਤੇ ਫਿਰ 20 ਜਵਾਨ ਸ਼ਹੀਦ ਕਿਵੇਂ ਹੋ ਗਏ? ਇਹ ਨਾ ਹਲੇ ਕੇਂਦਰ ਸਰਕਾਰ ਵੱਲੋਂ ਕਲੈਰੀਫਾਈ ਕੀਤਾ ਗਿਆ, ਨਾ ਹੀ ਆਮ ਲੋਕਾਂ 'ਚ ਜਿਹੜੀਆਂ ਰਿਐਲਿਟੀ ਗਰਾਊਂਡ ਰਿਪੋਰਟਸ, ਨਾ ਹੀ ਉਹ ਐਗਜ਼ੈਕਟਲੀ ਦੱਸਿਆ ਗਿਆ ਕਿ ਕਿਉਂ ਤੇ ਕਿਵੇਂ ਸ਼ਹੀਦ ਹੋਇਆ। ਇਹਦਾ ਪਹਿਲਾ ਜਵਾਬ ਦੇਣਾ ਚਾਹੀਦਾ, ਸਾਡੇ ਮਾਨਯੋਗ ਕੇਂਦਰ ਸਰਕਾਰ ਨੂੰ ਵੀ ਦੇਣਾ ਚਾਹੀਦਾ, ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਵੀ ਇਹਦਾ ਜਵਾਬ ਦੇਣਾ ਚਾਹੀਦਾ, ਕਿਉਂਕਿ ਸਾਡੇ ਜਿਹੜੇ ਜਵਾਨਾਂ ਦੀ ਬਲੀ, ਉਹਨਾਂ ਨੇ ਕਿਹਾ ਕਿ ਵਿਅਰਥ ਨਹੀਂ ਜਾਊਗੀ। ਤੇ ਪਰ ਸਾਨੂੰ ਇਹ ਤਾਂ ਪਤਾ ਲੱਗੇ ਕਿ ਕਾਰਨ ਕੀ ਸੀ, ਕਾਰਨ ਤੋਂ ਬਾਅਦ ਫਿਰ ਵਿਅਰਥ ਆਪਾਂ ਕਿਵੇਂ ਜਾਣ ਦੇ ਦਈਏ? ਕਿਵੇਂ ਆਪਾਂ ਗੱਲਾਂ ਬਾਤਾਂ ਨਾਲ ਆਪਾਂ ਕਿ ਜਿਹੜੇ ਸਾਡੇ 20 ਜਾਨਾਂ ਦੀ ਜਾਨਾਂ ਕੀਮਤੀਆਂ ਨਹੀਂ ਸੀ, ਉਹਨਾਂ ਦੇ ਪਰਿਵਾਰ ਅਨਮੁੱਲਿਆ ਜਾਨਾਂ ਉਹਨਾਂ ਦੀਆਂ ਚਲੇ ਗਿਆ, ਕੌਣ ਦੱਸੂਗਾ? ਕਾਰਨ ਕੌਣ ਦੱਸੂਗਾ? ਇਹ ਕੇਂਦਰ ਤੋਂ ਇਲਾਵਾ ਕੋਈ ਨਹੀਂ ਦੱਸ ਸਕਦਾ। ਹਾਂਜੀ ਊਜਾ ਸਾਹਿਬ, ਤੁਹਾਡੇ ਕਾਂਗਰਸ ਦੇ ਨੇਤਾਵਾਂ ਨੇ, ਖਾਸ ਕਰਕੇ ਰਾਹੁਲ ਗਾਂਧੀ ਨੇ ਔਰ ਸਾਬਕਾ ਪ੍ਰਧਾਨ ਮੰਤਰੀ ਨੇ ਵੀ, ਮਨਮੋਹਨ ਸਿੰਘ ਜੀ ਨੇ ਵੀ ਇਹ ਸਪਸ਼ਟ ਸ਼ਬਦਾਂ 'ਚ ਪੁੱਛਿਆ ਵੀ ਹੈ, ਟਵੀਟ ਵੀ ਕੀਤਾ, ਲਿਖ ਕੇ ਵੀ ਦਿੱਤਾ ਪ੍ਰਧਾਨ ਮੰਤਰੀ ਨੂੰ। ਕੀ ਕਹਿਣਾ ਚਾਹੋਗੇ? ਉਹਦੇ ਤੇ ਸਿਆਸਤ ਗਰਮਾ ਗਈ ਆ ਵੀ ਜਿਹੜੀ ਕਾਂਗਰਸ ਹੈ ਉਹ ਦੇਸ਼ ਦੀ ਏਕਤਾ ਨੂੰ ਜਿਹੜੀ ਹੈ ਉਹ ਸਮਝ ਨਹੀਂ ਰਹੀ ਔਰ ਏਕਤਾ ਤੇ ਜਿਹੜੀ ਹੈ ਉਹ ਜਿਹਨੂੰ ਕਹਿੰਦੇ ਵਿਘਨ ਪਾ ਰਹੀ ਆ, ਲੋਕ ਸੈਨਾ ਦੇ ਖਿਲਾਫ ਜਾ ਰਹੀ ਆ ਕਾਂਗਰਸ। ਕੀ ਕਹਿਣਾ ਚਾਹੋਗੇ? ਜੋ ਅੱਜ ਤੁਸੀਂ ਹੁਣੇ ਹੀ ਇੱਥੋਂ ਦੱਸਿਆ ਜੀ ਕਿ ਇੱਕ ਸਮਝੌਤਾ ਹੋ ਗਿਆ ਜਿਹਦੇ ਵਿੱਚ ਦੋਨੋਂ ਦੇਸ਼ ਦੀ ਮਿਲਟਰੀ ਆਪਣੇ ਆਪਣੇ ਵਾਪਸ ਜਗ੍ਹਾ ਤੇ ਜਾਣਗੀਆਂ ਜੀ। ਜੇ ਉਹ ਦੋਨੋਂ ਇੱਕ ਦੂਜੇ ਦੇ ਵਿੱਚ ਇੰਟਰਫੇਅਰ ਕੀਤਾ ਤਾਂ ਹੀ ਉਹ ਵਾਪਸ ਜਾ ਰਹੇ ਆ। ਇਹ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਕੁਝ ਹੋਇਆ ਨਹੀਂ। ਮੈਂ ਗੁਰਨੂਰ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਉਹਨਾਂ ਨੇ ਇੱਕ ਗੱਲ ਕਹੀ ਸਭ ਤੋਂ ਜ਼ਿਆਦਾ, ਵੀ ਜੇ ਜਵਾਨ ਉੱਥੇ ਗਏ, ਉੱਥੇ ਲੜਾਈ ਤਾਂ ਹੀ ਹੋਈ ਜੇ ਕੋਈ ਸਾਡੀ ਜਗ੍ਹਾ 'ਚ ਇੰਟਰਫੇਅਰ ਕੀਤੀ, ਉਹ ਤਾਂ ਹੀ ਮਰੇ। ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ, ਉਹਨਾਂ ਦਾ ਬਹੁਤ ਆਸਾਨ ਮਨ ਆ, ਉਹ ਸਾਡੇ ਦੇਸ਼ ਵਾਸਤੇ ਉਹਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ, ਸ਼ਹੀਦੀ ਸਾਡੇ ਵਾਸਤੇ ਲੈ ਲਈ। ਅਸੀਂ ਉਹਨਾਂ ਦਾ ਬਹੁਤ, ਪਰਿਵਾਰਾਂ ਦਾ ਵੀ, ਬਾਕੀ ਸਾਰੇ ਮਿਲਟਰੀ ਫੌਜ ਜੋ ਵੀ ਹੈ ਉਸ ਦਾ ਪੂਰਾ ਸਨਮਾਨ ਕਰਦੇ ਆ। ਅਸੀਂ ਉਹਨਾਂ ਦਾ ਹੌਸਲਾ ਪੂਰਾ ਵਧਾਉਂਦੇ ਆ। ਲੇਕਿਨ ਇਹ ਗੱਲ 'ਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਜੀ ਬਿਲਕੁਲ ਜੋ ਐਕਚੁਅਲ ਕਲੀਅਰ ਪੋਜੀਸ਼ਨ ਹੈ ਉਹਨੂੰ ਛੁਪਾ ਰਹੇ ਆ, ਜਿਹਦੇ ਕਰਕੇ ਸਾਡੇ ਪੂਰਵ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਵੀ, ਪੂਰਵ ਆਪਣੇ ਪ੍ਰਧਾਨ ਕਾਂਗਰਸ ਰਾਹੁਲ ਗਾਂਧੀ ਜੀ ਵੀ, ਜਾਂ ਦੂਸਰੇ ਕਾਂਗਰਸ ਦੇ ਨੇਤਾ ਇਸ ਦੇ ਇਹ ਬਾਰ-ਬਾਰ ਪੁੱਛ ਰਹੇ ਆ। ਇਹ ਗੱਲ ਸਾਡੇ ਦੇਸ਼ 'ਚ ਬੜੀ ਵੱਡੀ ਮਾੜੀ ਇੱਕ ਸਿਸਟਮ ਬਣ ਚੁੱਕਾ ਹੈ ਕਿ ਅਗਰ ਮੌਜੂਦਾ ਸਰਕਾਰ ਦੇ ਜਿਹੜੇ ਪਾਰਟੀ ਦੇ ਬੰਦੇ ਆ, ਜੇ ਉਹ ਕੋਈ ਗੱਲ ਕਰਨ ਤੇ ਉਹ ਸਿਆਸਤ ਨਹੀਂ ਹੈ, ਉਹ ਦੇਸ਼ ਦੇ ਹਿੱਤ ਦੀ ਗੱਲ ਹੈ। ਅਗਰ ਕੋਈ ਦੂਜਾ ਬੰਦਾ ਕੋਈ ਸਵਾਲ ਪੁੱਛ ਲਵੇ ਤੇ ਉਹ ਆਪੋਜੀਸ਼ਨ ਕੋਈ ਸਵਾਲ ਪੁੱਛ ਲੈਂਦੀ ਹੈ, ਜਾਂ ਕੋਈ ਬੰਦਾ ਇਦਾਂ ਦੀ, ਇਹ ਰਾਜਨੀਤੀ ਕਰ ਰਿਹਾ,
ਇਸ ਰਾਜਨੀਤੀ ਕਹਿ ਕੇ ਉਹ ਦੂਜੇ ਨੂੰ ਡਿਮੋਰਲਾਈਜ਼ ਕਰਦੇ ਆ, ਉਹ ਦੂਸਰੇ ਤੇ ਬਲੇਮ ਕਰਦੇ ਆ, ਕਿਉਂਕਿ ਸਾਰੇ ਹੀ ਮੈਂ ਸਮਝਦਾ ਜਿਹੜੇ ਇਸ ਦੇਸ਼ ਦੇ ਵਾਸੀ ਆ, ਉਹ ਦੇਸ਼ ਦੇ ਵਾਸੀ ਸਾਰੇ ਹੀ ਇਹ ਆਪਣੇ ਦੇਸ਼ ਦੇ ਪ੍ਰਤੀ ਸਾਰੇ ਹੀ ਲਾਇਲ ਹੈ, ਧਰਮ ਨਿਭਾਉਂਦੇ ਆ, ਦੇਸ਼ ਨੂੰ ਆਪਣਾ ਧਰਮ ਸਮਝਦੇ ਆ, ਦੇਸ਼ ਦੀ ਮਿਲਟਰੀ ਨੂੰ ਕੋਈ ਡਿਮੋਰਲਾਈਜ਼ ਨਹੀਂ ਕਰਨਾ ਚਾਹੁੰਦਾ। ਲੇਕਿਨ ਜਦੋਂ ਇਹ ਗੱਲ ਸਵਾਲ ਆਉਂਦੇ ਆ, ਇਹ ਚੰਗੀਆਂ ਗੱਲਾਂ ਨਹੀਂ ਹੈ। ਬਿਲਕੁਲ ਕਲੀਅਰ ਦੇਸ਼ ਦੇ ਵਾਸੀਆਂ, ਦੇਸ਼ ਦੇ ਹਰ ਵਾਸੀ ਨੂੰ ਕਲੀਅਰ ਤੌਰ ਤੇ ਇਸ ਚੀਜ਼ ਦਾ ਪੁੱਛਣ ਦਾ ਹੱਕ ਹੈ। ਚਲੋ ਪੁੱਛ ਲੈਣੇ ਨਾਲ ਕੀ ਬੀਤਿਆ, ਪੁੱਛ ਲੈਣੇ ਕਿ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਸੀ ਕਿ ਨਹੀਂ ਕਰਨੀ ਚਾਹੀਦੀ ਸੀ? ਦੇਖੋ ਔਰ ਕੀ ਕਮੀਆਂ ਰਹਿ ਗਈਆਂ? ਮੇਰਾ ਜੀ ਇਹ ਗੱਲਾਂ ਜਿਹੜੀਆਂ ਨੇ ਨਾ ਆਪਾਂ ਜਨਤਾ ਨੂੰ ਗੁੰਮਰਾਹ ਕਰਨ ਵਾਲੀਆਂ ਕਰ ਰਹੇ ਆ। ਕੋਈ ਵੀ ਗੱਲ ਐਸੀ ਨਹੀਂ ਜਿਹੜੀ ਜਨਤਾ ਨੂੰ ਕਲੀਅਰ ਨਹੀਂ ਜੀ। ਅਸੀਂ ਡੈਮੋਕ੍ਰੇਸੀ 'ਚ ਜੀ ਰਹੇ ਆ, ਔਰ ਸਾਡੀ ਡੈਮੋਕ੍ਰੇਸੀ ਇਸ ਹੱਦ ਤੱਕ ਸਾਡੇ ਤੇ ਹਾਵੀ ਹੋ ਗਈ ਆ ਕਿ ਜਦੋਂ ਸਾਡੀ ਬਾਰਡਰ ਦੇ ਉੱਤੇ ਸਾਡੇ ਵੀਰ ਜਵਾਨ, ਜਿਨ੍ਹਾਂ ਨੂੰ ਅਸੀਂ ਸ਼ਰਧਾ ਸੁਮਨ ਵੀ ਅਰਪਿਤ ਕਰਦੇ ਹਾਂ ਜੀ, ਅਸੀਂ 20 ਜਵਾਨਾਂ ਦੀ ਗੱਲ ਕਰਦੇ ਹਾਂ, ਸਾਡੇ ਲਈ ਸਾਡਾ ਇੱਕ ਫੌਜੀ ਵੀ ਬੜਾ ਬੇਸ਼ਕੀਮਤੀ ਹੈ। ਬਿਲਕੁਲ, ਅਗਰ ਉਹਦੇ ਕੋਈ ਚੋਟ ਲੱਗਦੀ ਹੈ ਉਹ ਵੀ ਬੇਸ਼ਕੀਮਤੀ ਆ, ਔਰ ਉਹਨਾਂ ਦੀ ਸ਼ਹਾਦਤ ਤਾਂ ਸਾਡੇ ਦੇਸ਼ ਦੇ ਲਈ ਹਮੇਸ਼ਾ ਫਖਰ ਦਾ ਇੱਕ ਹੁੰਦਾ, ਅਸੀਂ ਉਹਨੂੰ ਭੁਲਾ ਨਹੀਂ ਸਕਦੇ। ਉਹ ਵੀ ਕਿਸੇ ਮਾਂ ਦਾ ਪੁੱਤ ਆ, ਕਿਸੇ ਭੈਣ ਦਾ ਭਰਾ ਜੀ। ਇਹ ਗੱਲ ਨੂੰ ਅਸੀਂ ਬਾਰ-ਬਾਰ ਪਾਕਿਸਤਾਨ ਦੇ ਉੱਤੇ ਸਰਜੀਕਲ ਅਟੈਕ ਹੋਵੇ ਤਾਂ ਇਹਨਾਂ ਨੂੰ ਸਬੂਤ ਚਾਹੀਦੇ ਨੇ ਜੀ। ਚਾਈਨਾ ਦੇ ਉੱਤੇ ਸਾਡੇ ਜਵਾਨ 20 ਲੜਕੇ ਸ਼ਹੀਦ ਹੋਏ ਔਰ ਉਹਨਾਂ ਦੇ ਡਬਲ ਸ਼ਹੀਦ ਕਰਤੇ। ਸਾਨੂੰ ਚਾਈਨਾ ਦੀ ਪ੍ਰੈਸ ਤੇ ਯਕੀਨ ਆ, ਆਪਣੇ ਲੋਕਾਂ ਤੇ, ਆਪਣੇ ਉਹਨਾਂ ਜਵਾਨਾਂ ਦੇ ਉੱਤੇ ਯਕੀਨ ਨਹੀਂ ਹੈ ਕਿ ਅਗਰ ਉਹ ਅੱਜ ਮੰਨਦੇ ਨੇ ਕਿ ਸਾਡੇ ਇੱਕ ਕਰਨਲ ਸ਼ਹੀਦ ਹੋਇਆ ਲੇਕਿਨ ਬਾਕੀ 20 ਤੋਂ ਘੱਟ ਸਾਡੇ ਸ਼ਹੀਦ ਹੋਏ ਨੇ, ਉਹਨਾਂ ਦੀ ਤੁਸੀਂ ਅੱਜ ਸਵੇਰ ਦੀਆਂ ਆਪਾਂ ਪ੍ਰੈਸ ਦੇ ਵਿੱਚ ਖਬਰਾਂ ਵੀ ਪੜ੍ਹ ਰਹੇ ਹਾਂ। ਸਾਨੂੰ ਉਹਦੇ ਤੇ ਯਕੀਨ ਆ, ਅਸੀਂ ਐਡੀ ਵੱਡੀ ਡੈਮੋਕ੍ਰੇਸੀ ਦੇ ਵਿੱਚ ਜੀ ਰਹੇ ਆ ਕਿ ਸਾਨੂੰ ਆਪਣੇ ਮੁਲਕ ਦੇ ਉਹਨਾਂ ਵਸਿੰਦਿਆਂ ਦੇ ਉੱਤੇ, ਉਹਨਾਂ ਦੇਸ਼ ਦੇ ਉੱਤੇ ਕੁਰਬਾਨ ਹੋਣ ਵਾਲਿਆਂ ਦੇ ਉੱਤੇ ਯਕੀਨ ਨਹੀਂ ਹੈ। ਅਸੀਂ ਕੋਈ ਵੀ ਗੱਲ ਨੂੰ ਐਸੀ ਨੂੰ ਪਕੜ ਕੇ, ਅਸੀਂ ਕਿਵੇਂ ਸਿਆਸਤ ਨਹੀਂ ਕਰਦੇ, ਅਸੀਂ ਕੋਈ ਵੀ ਪ੍ਰਧਾਨ ਮੰਤਰੀ ਦੀ ਗੱਲ ਨੂੰ ਫੜ ਕੇ, ਕਿਸੇ ਦੀ ਗੱਲ ਨੂੰ ਕਹਿ ਕੇ ਹਮੇਸ਼ਾ ਕਟਹਿਰੇ 'ਚ ਖੜਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਜਿਹੜੇ ਜਵਾਨ ਸ਼ਹੀਦ ਹੋਏ ਨੇ ਉਹਨਾਂ ਦੀ ਜਿਹੜੀ ਸ਼ਹਾਦਤ ਤਾਂ ਬੇਕਾਰ ਚਲੇ ਜਾਊਗੀ, ਕਿ ਉਹਦੇ ਨਾਲ ਕੋਈ ਸਮਝੌਤਾ ਕਰ ਲੂਗਾ ਜਾਂ ਕੋਈ ਐਸਾ ਸਾਡੇ ਕੋਲ ਤੰਤਰ ਹੈ ਵੀ ਅਸੀਂ ਉਹਦੇ ਵਿੱਚ ਆਪਣੀ ਸ਼ਮੂਲੀਅਤ ਨੂੰ ਨਕਾਰ ਦੇਵਾਂਗੇ। ਮੈਂ ਇਸ ਗੱਲ ਦੀ ਬਿਲਕੁਲ ਇਸ ਤੁਹਾਡੇ ਮੰਚ ਤੋਂ ਇਹ ਗੱਲ ਦੀ ਨਿਖੇਧੀ ਕਰਦਾ ਵੀ ਸਾਨੂੰ ਬਾਰ-ਬਾਰ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਸ ਗੱਲ ਦੇ ਉੱਤੇ। ਅੱਜ ਕਿੰਨੇ ਦਿਨਾਂ ਬਾਅਦ ਰਾਹੁਲ ਗਾਂਧੀ ਦਾ ਟਵੀਟ ਆਉਂਦਾ ਕਿ ਅਸੀਂ ਆਪਣੀ ਦੇਸ਼ ਦੀ ਫੌਜ ਦੇ ਨਾਲ ਆ, ਔਰ ਪਹਿਲਾਂ ਉਹ ਸਵਾਲ ਖੜੇ ਕਰਦਾ। ਇੰਨੇ ਦਿਨਾਂ ਤੋਂ ਉਹਨੂੰ ਸਮਝ ਨਹੀਂ ਆ ਰਹੀ। ਮਨਮੋਹਨ ਸਿੰਘ ਜੀ ਸਮਝੌਤਾ ਕਰਕੇ ਜਾਂਦੇ ਨੇ ਔਰ ਤੁਹਾਨੂੰ ਪਤਾ ਕਿ ਸਨ 2010 ਤੋਂ 2013 ਦੇ ਦਰਮਿਆਨ 600 ਵਾਰ ਚਾਈਨਾ ਨੇ ਘੁਸਪੈਠ ਕੀਤੀ। ਉਸ ਵੇਲੇ ਦੀ ਸਰਕਾਰ ਕੌਣ ਸੀ, ਕੌਣ ਜ਼ਿੰਮੇਵਾਰ ਸੀ? ਉਸ ਵੇਲੇ ਸਾਡੇ ਅਗਰ ਕੋਈ ਨੁਕਸਾਨ ਹੋਏ ਤਾਂ ਅਸੀਂ ਉਹਨਾਂ ਲਈ ਕੀ ਬੰਦੋਬਸਤ ਕੀਤਾ? ਅੱਜ ਜੇ ਮੋਦੀ ਜੀ ਦੀ ਸਰਕਾਰ ਦੇ ਵਿੱਚ ਉਸ ਇਲਾਕੇ 'ਚ ਐਡਾ ਇੰਫਰਾਸਟ੍ਰਕਚਰ ਤਿਆਰ ਹੋਇਆ, ਇੰਨੀਆਂ ਤਿਆਰੀਆਂ ਹੋਈਆਂ ਨੇ, ਤਾਂ ਅਸੀਂ ਉਹਨਾਂ ਨੂੰ ਝੁਠਲਾ ਦੇਵਾਂਗੇ ਕਿ ਉਹ ਤਾਂ ਨਹੀਂ ਹੋਈਆਂ ਜੇ ਸਾਡਾ ਉਹਨਾਂ ਦੇ ਪ੍ਰਤੀ ਕੋਈ ਨਹੀਂ ਕੋਈ ਅਸੀਂ ਉਹਨੂੰ ਤਿਆਰੀ ਕਰਨੀ ਆ। ਝੁਠਲਾ ਨਹੀਂ ਕੋਈ ਰਿਹਾ। ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਮੇਰਾ ਜੀ ਇਹ ਵੀ ਗੱਲ ਕਹਿਣਾ, ਸਮਝੌਤੇ ਜਿੰਨੇ ਮਰਜ਼ੀ ਹੁੰਦੇ ਰਹਿਣ, ਆਉਣ ਵਾਲੇ ਸਮੇਂ ਦੇ ਵਿੱਚ ਵੀ ਹਿੰਦੁਸਤਾਨ ਦੀ ਤਿਆਰੀ ਪੂਰੀ ਰਹੂਗੀ। ਅਸੀਂ ਬਿਲਕੁਲ ਚਾਈਨਾ ਤੇ ਯਕੀਨ ਨਹੀਂ ਕਰ ਸਕਦੇ, ਨਾ ਸਾਨੂੰ ਕਰਨਾ ਚਾਹੀਦਾ। ਗੁਰੂ ਜੀ ਮੈਂ ਆ ਜਾਣਾ ਤੁਹਾਡੇ ਕੋਲ, ਸਵਾਲ ਇਹ ਮੈਂ ਉਸੇ ਤੁਹਾਡੇ ਕੋਲ ਰਿਪੀਟ ਲੈ ਲੈਣਾ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਗੱਲ ਹੋ ਰਹੀ ਆ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਗੱਲ ਕਹੀ ਉਹ 100% ਸਹੀ ਮੰਨਣੀ ਚਾਹੀਦੀ ਹੈ ਦੇਸ਼ ਨੂੰ ਕਿ ਨਹੀਂ ਮੰਨਣੀ ਚਾਹੀਦੀ? ਕਿਉਂਕਿ ਉਹਨਾਂ ਕੋਲ ਜਿਹੜੀਆਂ ਰਿਪੋਰਟਸ ਆਉਂਦੀਆਂ, ਉਹਨਾਂ ਕੋਲ ਆਪਣੀ PM ਦੀ ਰਿਪੋਰਟਸ ਹੁੰਦੀ ਆ, ਉਹਨਾਂ ਕੋਲ ਇੰਟੈਲੀਜੈਂਸ ਰਿਪੋਰਟ ਹੁੰਦੀ ਆ, ਉਹਨਾਂ ਕੋਲ ਸੈਨਾ ਦੀ ਰਿਪੋਰਟ ਹੁੰਦੀ ਆ, ਉਹਨਾਂ ਕੋਲ ਹੋਰ ਵੀ IB ਦੀ ਸਾਰੀਆਂ ਰਿਪੋਰਟਸ ਆਉਂਦੀਆਂ, ਫਿਰ ਉਹ ਕਿਸੇ ਨਤੀਜੇ ਤੇ ਪਹੁੰਚ ਕੇ ਹੀ ਦੇਸ਼ ਨੂੰ ਜਿਹੜਾ ਹੈ ਸੰਬੋਧਨ ਕਰਦੇ ਨੇ। ਕੀ ਮੰਨਦੇ ਇਸ ਗੱਲ ਨੂੰ ਤੁਸੀਂ? ਕਿਉਂਕਿ ਵਿਰੋਧੀ ਪਾਰਟੀਆਂ ਉਂਗਲ ਉਠਾ ਰਹੀਆਂ, ਮੈਂ ਉਸ ਕਰਕੇ ਕਹਿ ਰਿਹਾ। ਸਰ ਪਹਿਲੇ ਨਾ ਮੈਂ ਇੱਕ ਕਲੈਰੀਫਾਈ ਕਰਦਾ ਕਿ ਇੱਕ ਆਮ ਬੰਦੇ ਦੀ ਸਟੇਟਮੈਂਟ ਤੇ ਇੱਕ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਦਾ ਬਹੁਤ ਫਰਕ ਹੈ। ਤੇ ਨਾਲੇ BJP ਦੇ ਬੁਲਾਰੇ ਬੈਠੇ ਨੇ, ਇਹਨਾਂ ਨੂੰ ਮੈਂ ਇਹ ਵੀ ਕਹਦਾ ਕਿ ਪ੍ਰਧਾਨ ਮੰਤਰੀ ਕਿਸੇ ਪਾਰਟੀ ਦਾ ਨਹੀਂ ਹੁੰਦਾ, ਪ੍ਰਧਾਨ ਮੰਤਰੀ ਦੇਸ਼ ਦਾ। ਜਿੰਨਾ ਪ੍ਰਧਾਨ ਮੰਤਰੀ ਤੁਹਾਡਾ ਉਨਾ ਹੀ ਪ੍ਰਧਾਨ ਮੰਤਰੀ ਸਾਡਾ। ਤੇ ਜੇ
ਪ੍ਰਧਾਨ ਮੰਤਰੀ ਜੀ ਕੋਈ ਸਟੇਟਮੈਂਟ ਦੇ ਰਿਹਾ ਤੇ ਅਸੀਂ ਤਾਂ ਉਹਨੂੰ ਹੀ ਸੱਚ ਮੰਨਾਂਗੇ ਨਾ। ਹੁਣ ਜੇ ਪ੍ਰਧਾਨ ਮੰਤਰੀ ਜੀ ਨੇ ਇੱਕ ਕਲੀਅਰ ਸਟੇਟਮੈਂਟ ਦਿੱਤੀ ਹੈ ਕਿ ਸਾਡੇ ਦੇਸ਼ 'ਚ ਕਿਸੇ ਨੇ ਦਖਲਅੰਦਾਜ਼ੀ ਨਹੀਂ ਕੀਤੀ, ਜੇ ਦਖਲਅੰਦਾਜ਼ੀ ਨਹੀਂ ਹੋਈ ਫਿਰ ਸਾਡੇ 20 ਜਵਾਨ ਸ਼ਹੀਦ ਕਿਵੇਂ ਹੋ ਗਏ? ਸਾਡੇ ਜਿਹੜੇ 20 ਜਵਾਨ ਸੀ ਉਹ ਨਿਹੱਤੇ ਸੀ, ਉਹ ਕਿਵੇਂ ਸ਼ਹੀਦ ਹੋ ਗਏ? ਕਿ ਉਹ ਚਾਈਨਾ ਦੇ ਵਿੱਚ ਚਲੇ ਗਏ 20 ਜਵਾਨ ਨਿਹੱਤੇ? ਇਹਦਾ ਸਪਸ਼ਟੀਕਰਨ ਦੇਣਾ, ਇਹਦੀ ਕਲੈਰੀਫਿਕੇਸ਼ਨ ਤਾਂ ਮੰਗ ਰਿਹਾ। they are just trying to divert the topic। ਮੈਂ ਹੀ ਕਹਿ ਰਿਹਾ ਕਿ ਸਾਡੇ ਸਤਿਕਾਰਤ ਨੇ ਪ੍ਰਧਾਨ ਮੰਤਰੀ ਜੀ, ਉਹਨਾਂ ਦੀ ਜਿਹੜੀ ਸਟੇਟਮੈਂਟ ਆ ਅਸੀਂ ਉਹਨਾਂ ਨੂੰ ਸੱਚ ਮੰਨ ਕੇ ਹੀ ਸਵਾਲ ਪੁੱਛ ਰਹੇ ਹਾਂ, ਅਸੀਂ ਉਹਨਾਂ ਨੂੰ ਝੁਠਲਾ ਨਹੀਂ ਰਹੇ। ਇਹ ਗਲਤ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਝੁਠਲਾਇਆ, ਉਹਨਾਂ ਨੂੰ ਨਹੀਂ ਝੁਠਲਾ ਰਹੇ, ਉਹਨਾਂ ਦੇ ਸਟੇਟਮੈਂਟ ਨੂੰ ਬੁਨਿਆਦ ਰੱਖ ਕੇ ਹੀ ਪੁੱਛ ਰਹੇ ਹਾਂ ਕਿ ਫਿਰ 20 ਜਵਾਨ ਸ਼ਹੀਦ ਕਿਵੇਂ ਹੋਏ, ਇਹਦਾ ਜਵਾਬ ਦਿਓ। ਹਾਂਜੀ, ਕੀ ਕਹਿਣਾ ਚਾਹੋਗੇ? ਦੇਖੋ, ਇਹ ਬਾਰ-ਬਾਰ ਕਹਿ ਰਹੇ ਆ ਵੀ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਸਟੇਟਮੈਂਟ ਦਿੱਤੀ ਸਾਰੀ ਸਹੀ ਦਿੱਤੀ, ਉਹੀ ਸੱਚ ਮੰਨ ਲਓ, ਕਿਉਂਕਿ ਉਹ ਰੱਬ ਹੈ। ਜੋ ਰੱਬ ਨੇ ਕਹਿ ਦਿੱਤਾ ਉਹਦੇ 'ਚ ਹਾਂ 'ਚ ਹਾਂ ਮਿਲਾ ਦਿਓ। ਚਾਹੇ ਅੱਜ ਸਮਝੌਤਾ ਆਪਾਂ ਕਰ ਲਿਆ, ਉਹਦੇ 'ਚ ਅੱਜ ਉਹਨਾਂ ਦੇ ਜਵਾਨ ਪਿੱਛੇ ਜਾਣਗੇ, ਸਾਡੇ ਜਵਾਨ ਪਿੱਛੇ ਜਾਣਗੇ। ਬਿਲਕੁਲ ਇਹੀ ਗੱਲ ਕਹਿ ਰਹੇ ਆ ਨਾ। ਜਦ ਜਵਾਨ ਪਿੱਛੇ ਜਾਣਗੇ, ਅੱਗੇ ਵਧੇ ਨਹੀਂ ਤੇ ਪਿੱਛੇ ਕਾਹਦੇ ਜਾਣਗੇ? ਪਹਿਲੇ ਤਾਂ ਸਟੇਟਮੈਂਟ ਦੇ ਇਹਦੇ ਇਸ ਗੱਲ ਦਾ ਜਵਾਬ, ਹਿੰਦੁਸਤਾਨ ਪਿੱਛੇ ਨਹੀਂ ਜਾਏਗਾ, ਚਾਈਨਾ ਪਿੱਛੇ ਜਾਏਗਾ। ਨਹੀਂ, ਦੂਸਰੀ ਗੱਲ ਪਿੱਛੇ ਨਹੀਂ ਜਾਏਗਾ, ਚਾਈਨਾ ਦੇ ਜਵਾਨ ਪਿੱਛੇ ਜਾਣਗੇ, ਇਹ ਫੈਸਲਾ ਹੋਇਆ। ਦੂਸਰੀ ਗੱਲ ਇਹ ਹੈ ਵੀ ਜਦੋਂ ਇਹ ਸਮਝੌਤਾ ਹੋਣ ਤੋਂ ਬਾਅਦ ਕਿਆ ਕੋਈ ਐਸੀ ਕੋਈ ਤਰੀਕ ਬਚਦੀ ਹੈ, ਜਗ੍ਹਾ ਬਚਦੀ ਹੈ ਵੀ ਇਹ ਕਹਿੰਦੇ 20 ਜਵਾਨਾਂ ਦਾ ਜਿਹੜਾ ਬਲੀਦਾਨ ਵਿਅਰਥ ਨਹੀਂ ਜਾਏਗਾ? ਅਸੀਂ ਇਸ ਗੱਲ ਨੂੰ ਮੰਨਦੇ ਹੋਏ ਕਿ ਜਦੋਂ ਉਹ ਵਾਪਸ ਆਪਣੀ ਜਗ੍ਹਾ ਤੇ ਚਲੇ ਜਾਣਗੇ, ਅਸੀਂ ਆਪੇ ਵਾਪਸ ਜਗ੍ਹਾ ਤੇ ਚਲੇ ਜਾਏ, ਕਿਆ ਉਹਨਾਂ ਦੇ ਆਪਾਂ ਦੁਬਾਰਾ 100 ਜਵਾਨ ਮਾਰਨ ਜਾਵਾਂਗੇ? ਇਹ ਗੱਲ ਕੁਛ ਨਹੀਂ ਹੈ। ਲੇਕਿਨ ਬਿਲਕੁਲ ਰਾਜਨੀਤੀ, ਜੇ ਇਹ ਗੱਲ ਕਹਿਣ ਤੇ ਇਹ ਗੱਲ ਸੱਚੀ ਹੈ। ਬੀਜੇਪੀ ਦਾ ਇੱਕ ਐਸਾ ਹੀ ਸਿਸਟਮ ਰਿਹਾ, ਜਦੋਂ ਵੀ ਗੱਲ ਕਰਦੇ ਆ ਉਹ ਕਹਿੰਦੇ ਜੇ ਅਸੀਂ ਜੋ ਬੋਲਦੇ ਆ ਉਹ ਤਾਂ ਰਾਜਨੀਤੀ ਨਹੀਂ, ਉਹ ਦੇਸ਼ ਪ੍ਰੇਮ ਹੈ। ਜੇ ਕੋਈ ਦੂਜਾ ਬੰਦਾ ਆਪੋਜੀਸ਼ਨ ਦਾ ਬੋਲੇਗਾ ਉਹ ਰਾਜਨੀਤੀ ਹੈ, ਉਹ ਦੇਸ਼ ਦੇ ਖਿਲਾਫ ਹੈ, ਉਹ ਦੇਸ਼ ਦੇ ਗੱਦਾਰ ਹੈ। ਮਤਲਬ ਜੋ ਇਹ ਕਰਦੇ ਆ ਉਹ ਸੱਚ ਮੰਨ ਕੇ ਹਾਂ ਮੰਨ ਲਓ, ਦੂਜਾ ਜਿਹੜਾ ਕਰਦਾ ਉਹਨੂੰ ਗਲਤ ਮੰਨ ਲਓ। ਮਹਿਰਾ ਜੀ, ਥੋੜੀ ਜਿਹੀ ਗੱਲ ਮੈਂ ਕਲੀਅਰ ਕਰ ਦਵਾਂ ਇਹਨਾਂ ਨੂੰ। ਦੇਖੋ, ਕੁਝ ਗੱਲਾਂ ਨਾ ਐਸੀਆਂ ਹੁੰਦੀਆਂ ਨੇ। ਇੱਕ ਚਾਈਨਾ ਦੇ ਵਿੱਚ ਇਹਨਾਂ ਨੇ ਸਮਝੌਤਾ ਕੀਤਾ ਸੀ 1962 'ਚ, ਉਸ ਤੋਂ ਬਾਅਦ ਕਿੰਨੀ ਵਾਰੀ ਇਹਨਾਂ ਦੀਆਂ ਸਰਕਾਰਾਂ ਰਹੀਆਂ ਔਰ ਮਨਮੋਹਨ ਸਿੰਘ ਜੀ ਦੇ ਟਾਈਮ ਵੀ ਦੁਬਾਰਾ ਸਮਝੌਤੇ ਰਿਨਿਊ ਹੋਏ ਨੇ ਜੀ। ਉਹਦੇ ਵਿੱਚ ਕੁਝ ਏਰੀਆ ਇਸ ਤਰ੍ਹਾਂ ਦਾ ਕਈ ਮਤਲਬ 1000 ਵਰਗ ਕਿਲੋਮੀਟਰ ਏਰੀਆ ਜਿਹੜਾ ਅਸੀਂ 45000 ਉਹਨੂੰ ਅਨਾਥ ਛੱਡਿਆ ਹੋਇਆ। ਉਹ ਅਸੀਂ ਉਹਨੂੰ ਚਾਈਨਾ ਕਹਿੰਦਾ ਵੀ ਮੇਰਾ, ਅਸੀਂ ਕਹਿੰਦੇ ਸਾਡਾ, ਲੇਕਿਨ ਹੈ ਉਹ ਸਾਡਾ ਹੀ ਆ, ਕਿਉਂਕਿ ਬਾੜ ਦੇ ਵਿੱਚ ਚਾਈਨਾ ਨੇ ਉਹਦੇ ਤੇ ਕਬਜ਼ਾ ਕੀਤਾ ਹੋਇਆ। ਅਸੀਂ ਉਹ ਸਮਝੌਤੇ ਦੇ ਅੰਦਰ ਵੀ ਇਸ ਏਰੀਏ ਦੇ ਵਿੱਚ ਨਾ ਉਹ ਆਏਗਾ ਨਾ ਅਸੀਂ ਆਵਾਂਗੇ, ਉਹਦੇ ਬਾਰਡਰ ਤੇ ਦੋਨੋਂ ਘੁੰਮਦੇ ਆ। ਜਿਹੜੀ ਪ੍ਰਧਾਨ ਮੰਤਰੀ ਜੀ ਦੀ ਸਟੇਟਮੈਂਟ ਆ, ਜਿਸ ਗੱਲ ਨੂੰ ਲੈ ਕੇ ਕਈ ਵਾਰੀ ਆਪਾਂ ਗੱਲਾਂ ਕਰਦੇ ਆ, ਉਹਨਾਂ ਨੇ ਉਹ ਗੱਲ ਕਹੀ ਆ ਕਿ ਉਹ ਹਿੰਦੁਸਤਾਨ ਦੇ ਵਿੱਚ ਆਏ ਨਹੀਂ, ਉਹਨਾਂ ਨੇ ਪੀਓਪੀ ਦੇ ਉੱਤੇ ਉਹਨਾਂ ਨੂੰ ਰੋਕਿਆ ਗਿਆ ਵੀ ਤੁਸੀਂ ਇਹਦੇ ਵਿੱਚ ਘੁਸਪੈਠ ਨਹੀਂ ਕਰਨੀ। ਉਹਨਾਂ ਨੂੰ ਉਸ ਤੋਂ ਪਿੱਛੇ ਰਹਿਣ ਦੇ ਆਰਡਰ ਨੇ। ਉਹਨਾਂ ਦੀਆਂ ਜਿਹੜੀਆਂ ਪੋਸਟਾਂ ਬਣਦੀਆਂ ਨੇ, ਸਾਰਾ ਕੁਝ ਆ ਉਹ ਉਹਨਾਂ ਦੇ ਏਰੀਆ 'ਚ ਬਣਦੀਆਂ, ਸਾਡੀਆਂ ਆਪਣੇ ਏਰੀਆ 'ਚ ਬਣਦੀਆਂ ਨੇ। ਉਹਨਾਂ ਨੇ ਦੇਖੋ ਚਾਈਨਾ, ਫਿਰ ਮੈਂ ਉਹੀ ਗੱਲ ਕਰਦਾ ਕਿ ਚਾਈਨਾ ਇੱਕ ਐਸਾ ਮੁਲਕ ਆ ਜਿਹੜਾ ਪਿੱਠ ਦੇ ਵਿੱਚ ਛੁਰੀ ਮਾਰਦਾ। ਅਸੀਂ ਉਹਦੇ ਭੁਗਤ ਭੋਗੀ ਆ, ਬਾੜ ਦੇ ਵਿੱਚ ਵੀ ਅਸੀਂ ਭੁਗਤ ਭੋਗੀ ਆ, ਅੱਜ ਵੀ ਭੁਗਤ ਭੋਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਦੇ ਯਕੀਨ ਨਹੀਂ ਕਰ ਸਕਦੇ। ਅਸੀਂ ਉਹਦੇ ਨਾਲ ਜਿੰਨੇ ਮਰਜ਼ੀ ਸਮਝੌਤੇ ਹੋ ਜਾਣ, ਉਹ ਸਮੇਂ ਦੀਆਂ ਜ਼ਰੂਰਤਾਂ ਨੇ। ਲੇਕਿਨ ਜਿਹੜੀ ਇੱਕ ਸਾਨੂੰ ਲੈਂਗੁਏਜ ਆ, ਸਾਨੂੰ ਉਹਦੇ ਤੇ ਧਿਆਨ ਦੇਣਾ ਚਾਹੀਦਾ ਕਿ ਜੇ ਉਹ ਪੀਓਪੀ ਦਾ ਜਿਹੜਾ ਏਰੀਆ ਉਹਦੇ ਵਿੱਚ ਅਸੀਂ ਅੱਜ ਉਹਦੇ ਨੇੜੇ ਤੇੜੇ ਜਦੋਂ ਅਸੀਂ ਕੋਈ ਕੰਸਟਰਕਸ਼ਨ ਕੀਤੀ, ਕੋਈ ਸੜਕਾਂ ਬਣਾਈਆਂ, ਕੋਈ ਤਿਆਰੀ ਕੀਤੀ, ਤਾਂ ਚਾਈਨਾ ਨੂੰ ਇਸ ਗੱਲ ਦਾ ਕਿੱਡਾ ਅਫਸੋਸ ਹੋ ਰਿਹਾ। ਅਸੀਂ ਉਸ ਗੱਲ ਨੂੰ ਭੁੱਲ ਗਏ। ਉਹ ਡਰ ਮਨਮੋਹਨ ਸਿੰਘ ਸਰਕਾਰ ਹੁੰਦੇ ਦੀ ਬਣੀ ਹੋਈ ਹੈ, ਉਹ ਬਾਅਦ ਚ ਨਹੀਂ ਬਣੀ। ਨਹੀਂ, ਬਾਅਦ ਚ ਨਹੀਂ ਬਣੀ, ਇਹ ਮਨਮੋਹਨ ਸਿੰਘ ਸਰਕਾਰ ਹੁੰਦੇ ਦੀ ਬਣੀ ਜਾ ਰਹੀ, ਹੁਣ ਵੀ ਬਣੀ ਜਾਂਦੀ ਹੈ, ਪਹਿਲੇ ਵੀ ਬਣ ਰਹੀਆਂ ਸੀ। ਇਹ ਗੱਲ ਨਾ ਕਹੋ ਬਈ ਸਾਰਾ ਜੋ ਤੁਹਾਡੇ ਦੇਸ਼ ਦੀਆਂ ਤਿਆਰੀਆਂ, ਇਹ ਗੱਲ ਨਾ ਮੰਨੋ ਤੁਸੀਂ ਵੀ ਸਾਰਾ ਕੁਝ ਜੋ ਕੁਝ ਕਰ ਰਹੇ ਆ ਚੰਗਾ ਤੁਸੀਂ ਕਰ ਰਹੇ, ਮਾੜਾ ਸਾਰਾ ਪਹਿਲੇ ਕਰ ਰਹੇ। ਦੇਖੋ ਤਿਆਰੀਆਂ, ਜੇ 1947 ਤੋਂ ਬਾਅਦ ਅਗਰ ਦੇਸ਼ ਉੱਠਿਆ ਤੇ ਸਾਰਾ ਮਾੜਾ ਪਹਿਲੇ ਨਹੀਂ ਹੋਇਆ।
ਸਾਰਾ ਚਲੋ ਹੋਇਆ ਤਾਂ ਹੈ ਨਾ, ਨਹੀਂ, ਹੋਇਆ ਤਾਂ ਹੈ। ਨਹੀਂ ਸਾਰਾ ਮਾੜਾ ਜੋ ਮਾੜਾ ਹੋਇਆ ਚਲੋ ਵੀ ਉਹੀ ਹਾਲ ਹੈ। ਤੁਸੀਂ ਮੇਰੀ ਗੱਲ ਸੁਣੋ। ਕੋਈ ਚਲੋ ਮੈਂ ਗੱਲ ਗਰਨੂਰ ਜੀ ਦਾ ਲੈ ਲੈਣਾ। ਅੱਜ ਵੀ ਕੋਈ ਦੇਸ਼ ਨਾਲ ਚੰਗਾ ਨਹੀਂ ਹੋ ਰਿਹਾ। ਅੱਜ ਵੀ ਕੋਈ ਦੇਸ਼ 'ਚ ਕੋਈ ਚੰਗੀ ਚੀਜ਼ ਨਹੀਂ ਦੇਖ ਰਹੇ ਤੁਸੀਂ। 2014 ਚ ਤੁਹਾਡਾ ਰੋਜ਼ ਸਵੇਰੇ ਅਖਬਾਰ ਖੋਲਦੇ ਸੀ ਤਾਂ ਰੋਜ਼ ਨਵਾਂ ਘਟਾਲਾ ਆਉਂਦਾ ਸੀ। ਨਹੀਂ ਜੋ ਉਹ ਘਟਾਲੇ ਆਉਂਦੇ ਸੀ, ਅੱਜ ਵੀ ਆਪਾਂ ਕਹਿੰਦੇ ਆ ਕਰੋਨਾ ਦੇ ਨਾਲ ਆਪਾਂ 2-4 ਮਹੀਨੇ ਬੰਦ ਕਰਨ ਤੋਂ ਬਾਅਦ ਕਹੇ ਹੁਣ ਕਰੋਨਾ ਨਾਲ ਜੀਣਾ ਸਿੱਖੋ ਜੀ। ਇਹ ਕਿਹੜਾ ਤਰੀਕਾ ਹੈ? ਕੀ ਆਪਾਂ ਕੀਤਾ? ਚਲੋ ਚੈਨਲ ਤੇ ਊਰਜਾ ਸਾਹਿਬ ਹਾਲਾਤਾਂ ਦੇ ਮੁਤਾਬਕ ਇੱਕ ਦੂਜੇ ਦੇ ਆਪਸ਼ਨ ਆਪਾਂ ਕੱਢਣ ਲੱਗ ਜਾਾਂਗੇ ਨਾ। ਇੱਕ ਮਿੰਟ ਚਲੋ ਹੁਣ ਇੱਕ ਜਵਾਬ ਦਿਓ। ਹਾਂਜੀ ਇੱਕ ਮਿੰਟ ਊਰਜਾ ਸਾਹਿਬ ਇੱਕ ਮਿੰਟ ਇੱਧਰ ਉਹੀ ਕਾਂਗਰਸ ਕਾਂਗਰਸ ਊਰਜਾ ਸਾਹਿਬ ਸਾਹਮਣੇ ਸਿੱਧਾ ਨਹੀਂ ਕੰਟੈਕਟ ਕਰਨਾ। ਇੱਕ ਮਿੰਟ ਮੈਂ ਮੇਰੇ ਸ਼ਬਦ ਨਹੀਂ ਹੈਗੇ, ਤੁਹਾਡੇ ਸ਼ਬਦ ਦਾ ਵੀ ਝੂਠੀ ਆ, ਤੁਸੀਂ ਸਹੀ ਕਹਿ ਰਹੇ ਹੋ। ਚਲੋ ਗੁਰਨੂਰ ਜੀ ਕਹਿੰਦੇ ਹੋ ਵੀ ਕਾਂਗਰਸ ਇੱਕ ਮਿੰਟ ਮੈਂ ਤਾਂ ਕਹਿੰਦਾ ਆਪੋਜੀਸ਼ਨ ਝੂਠੀ ਹੈ। ਤੁਸੀਂ ਕਿਹਾ ਆਪੋਜੀਸ਼ਨ। ਚਲੋ ਇੱਕ ਮਿੰਟ ਕਰਦੇ ਤੁਹਾਡੀ ਗੱਲ ਦੀ। ਮੈਂ ਗੁਰਨੂਰ ਜੀ ਦਾ ਲੈਣਾ। ਹਾਂਜੀ ਗੁਰਨੂਰ ਜੀ ਇੱਕ ਮਿੰਟ। ਬੀਜੇਪੀ ਦੇ ਸਤਿਕਾਰਯੋਗ ਸਾਥੀ ਜੀ ਨੇ ਕਿਹਾ ਕਿ ਸਾਨੂੰ ਇਸ ਇਸ਼ੂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਅਸੀਂ ਇਸ ਚੀਜ਼ 'ਚ ਪੂਰਾ ਐਗਰੀ ਕਰਦੇ ਹਾਂ ਕਿ ਜਦੋਂ ਦੇਸ਼ ਦੀ ਗੱਲ ਹੁੰਦੀ ਹੈ ਸਾਨੂੰ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ। ਪਰ ਇਹ ਜਦੋਂ ਪਿੱਛੇ ਚੱਲ ਜਾਂਦੇ ਨਾ, ਕਦੇ ਨਹਿਰੂ ਤੇ ਦੋਸ਼, ਕਦੇ ਬਾਠ ਅਲੀ ਪਾਲਿਸੀਜ਼ ਤੇ ਦੋਸ਼, ਤੇ ਉਹ ਰਾਜਨੀਤੀ ਦਾ ਪਾਰਟ ਬਣ ਜਾਂਦਾ ਹੈ। ਅਸੀਂ ਪਿੱਛੇ ਜੋ ਗਲਤੀ ਆਈ ਆ ਉਹਨੂੰ ਸੁਧਾਰਨ ਦਾ ਵਕਤ ਸੀਗਾ 14 ਤੋਂ ਬਾਅਦ। ਉਸ ਤੋਂ ਬਾਅਦ ਇਹ ਆਪ 5 ਵਾਰੀ ਮਿਲ ਚੁੱਕੇ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ, ਚਾਈਨਾ ਦੇ, ਤੇ ਕੀ ਇਹਨਾਂ ਨੇ ਬਦਲਾਵ ਲਿਆਂਦਾ? ਸਗੋਂ ਟ੍ਰੇਡ ਵਾਲੀਆਂ ਆਪਣੀਆਂ ਪਾਲਿਸੀਜ਼ ਸਾਈਨ ਕਰਨ ਦੇ, ਜਿਹਦੇ ਕਰਕੇ ਚਾਈਨਾ ਨੂੰ ਅੱਜ ਫਾਇਦਾ ਹੋ ਰਿਹਾ। ਅੱਜ ਜਿਹੜੇ ਚਾਈਨਾ ਨੇ, ਚਲੋ ਮੇਰਾ ਸਵਾਲ ਲੈ ਲਓ। ਮੈਂ ਜਿਹੜਾ ਕਹਿ ਰਿਹਾ ਸਰ, ਜਿਹੜੀ ਚਾਈਨਾ ਨੇ ਅੱਜ ਪਿਛਲੇ 2-3 ਸਾਲਾਂ 'ਚ ਆਪਣੀ ਇੱਕ ਮਾਰਕੀਟ ਜਨਰੇਟ ਕਰ ਲਈ ਸਾਡੇ ਦੇਸ਼ 'ਚ, ਉਹ ਕਿਹਦੇ ਕਰਕੇ ਕੀਤੀ ਹੈ? ਸਾਡੇ ਕੇਂਦਰ ਦੀ ਸਰਕਾਰ ਨੇ ਜਿਹੜੀਆਂ ਪਾਲਿਸੀਜ਼ ਲਾਈਆਂ, ਇੰਪੋਰਟ ਟੈਕਸ ਜਿਹੜੇ ਆ ਉਹ ਘੱਟ ਲਗਾਏ ਹੋਏ, ਜਿਹਦੇ ਕਰਕੇ ਚਾਈਨੀਜ਼ ਆਈਟਮਸ ਇੰਨੀਆਂ ਸਸਤੀਆਂ, ਲੋਕਾਂ ਦੀ ਮਜਬੂਰੀ ਬਣ ਗਈ ਦੁਕਾਨਦਾਰ। ਨਹੀਂ ਮੈਂ ਸਵਾਲ ਲੈਣਾ। ਇੱਕ ਮਿੰਟ ਮੈਂ ਤਿੰਨਾਂ ਕੋ ਸਵਾਲ ਲੈ ਲੈਣਾ। ਮੈਂ ਇਹਨਾਂ ਦੇ ਗੱਲ ਤੇ ਇੱਕ ਮਿੰਟ ਮੈਂ ਗੁਰੂ ਜੀ ਇਹ ਗੱਲ ਕਰਨਾ ਚਾਹੁੰਦਾ। ਅੱਜ ਦੀ ਜਿਹੜੀ ਜਿੱਤ ਹੈ, ਚਾਈਨਾ ਅਗਰ ਪਿੱਛੇ ਅੱਜ ਹਟਿਆ ਤੇ ਉਹਨੂੰ ਇਹ ਲੱਗਦਾ ਸੀ ਵੀ ਮੈਂ ਇੰਡੀਆ ਨਾਲ ਯੁੱਧ ਨਹੀਂ ਕਰਨਾ, ਕਿਉਂਕਿ ਇੱਕ ਸੈਨਾ ਵਾਲਾ ਯੁੱਧ ਨਹੀਂ, ਇੱਕ ਉਹਦਾ ਵਪਾਰਿਕ ਯੁੱਧ ਹੈ ਜਿਹੜਾ, ਉਹਨੂੰ ਅੱਜ ਸਮਝ ਆ ਗਈ ਪੂਰਾ ਦੇਸ਼ ਜਿਹੜਾ ਉਹ ਤਾਂ ਮੇਰੇ ਅਗੇਂਸਟ ਹੋ ਹੀ ਗਿਆ। ਜਿੰਨਾ ਮੇਰਾ ਕਰੋੜਾਂ ਅਰਬਾਂ ਖਰਬਾਂ ਦਾ ਵਪਾਰ ਸੀਗਾ ਉਹ ਤਾਂ ਨੁਕਸਾਨ ਹੋ ਰਿਹਾ, ਉਹ ਮੇਰੀ ਅਰਥ ਵਿਵਸਥਾ ਖਤਮ ਹੋ ਜਾਏਗੀ। ਖਾਸ ਕਰਕੇ ਅੱਜ ਦੇਸ਼ ਹਿੰਦੁਸਤਾਨ ਦੇ ਨਾਲ ਪੂਰੀ ਦੁਨੀਆ ਦੇ ਦੇਸ਼ ਖੜੇ ਹੋ ਗਿਆ। ਉਹਨਾਂ ਨਾਲ ਤਾਂ ਜਿਹੜੀ ਉਹਨਾਂ ਨੇ ਨੀਤੀ ਬਣਾਈ ਪਾਕਿਸਤਾਨ ਤੇ ਨੇਪਾਲ ਦੀ, ਕਿ ਸਮਝਦੇ ਵੀ ਉਹਨਾਂ ਦੇ ਬਲਬੂਤਿਆਂ ਤੇ ਚਾਈਨਾ ਸਾਡਾ ਲੋਹਾ ਲੈ ਸਕਦਾ ਸੀ। ਇਹ ਕਾਰਨ ਬਣਿਆ, ਇਹ ਦੱਸੋ। ਰਾਜੇਸ਼ ਜੀ ਮੈਂ ਇੱਕ ਨਾ ਇਸ ਗੱਲ ਤੇ ਨਾ ਕਲੈਰੀਫਾਈ ਕਰਦਾ, ਜੇ ਆਪਾਂ ਇੰਡੀਆ ਆਪਾਂ ਤਿੰਨਾਂ ਕੋਈ ਸਵਾਲ ਹੈ ਥੋੜਾ ਜੇ ਇੰਡੀਆ 'ਚ ਆਪਾਂ ਕੋਈ ਚਾਈਨੀਜ਼ ਆਈਟਮ ਦਾ ਵਿਰੋਧ ਕਰ ਰਹੇ ਹਾਂ ਜਾਂ ਤੋੜ ਰਹੇ ਹਾਂ, ਟੀਵੀ ਤੋੜ ਰਹੇ ਹਾਂ, ਉਹਦੇ 'ਚ ਚਾਈਨਾ ਨੂੰ ਕੋਈ ਫਰਕ ਨਹੀਂ ਹੈ। ਇੰਡੀਆ 'ਚ ਉਹ ਆਈਟਮ ਆਲਰੇਡੀ ਆ ਚੁੱਕੀ ਹੈ, ਦੁਕਾਨਦਾਰ ਉਹ ਆਈਟਮ ਖਰੀਦ ਚੁੱਕਾ। ਚਾਈਨਾ ਨੂੰ ਨੁਕਸਾਨ ਕਿਵੇਂ ਹੋਣਾ? ਜਦੋਂ ਆਪਾਂ ਇੰਪੋਰਟ ਟੈਕਸਿਸ ਵਧਾ ਦਾਂਗੇ ਨਾ, ਜਦੋਂ ਜਿਹੜਾ ਚਾਈਨਾ ਆਪਣਾ ਸਮਾਨ ਭੇਜ ਰਿਹਾ ਉਹਦੇ ਟੈਕਸਿਸ, ਉਹ ਤਾਂ ਐਫਡੀਆਈ ਦੀ ਪਾਲਿਸੀ ਸਰਕਾਰ ਨੇ ਬਦਲ ਦਿੱਤੀ ਆ। ਅਪ੍ਰੈਲ ਤੋਂ ਬਾਅਦ ਜਿਹੜਾ ਵੀ ਆਊਗਾ ਮਨਜ਼ੂਰੀ ਨਾਲ ਮਾਲ ਆਊਗਾ, ਔਰ ਜਿਹੜਾ ਐਕਸਾਈਜ਼ ਡਿਊਟੀ ਵੀ ਵਧਾਤੀ ਹੈ। ਫਿਲਹਾਲ ਉਹਨਾਂ ਨੇ 100 ਕਰੋੜ ਦਿੱਤਾ, 100% ਰਿਬੇਟ ਦਿੱਤੀ ਹੋਈ ਹੈ। ਜਿਹੜਾ ਪਿਛਲਾ ਲਾਸਟ ਬਜਟ ਪੇਸ਼ ਕੀਤਾ ਹੈ ਨਾ ਸਾਡੇ ਨਿਰਮਲਾ ਸੀਤਾਰਾਮ ਜੀ ਨੇ, ਤੇ ਉਹਨਾਂ ਨੇ ਜਿਹੜਾ 100 ਕਰੋੜ ਦੇ ਇਨਵੈਸਟਮੈਂਟ ਤੇ 100% ਰਿਬੇਟ ਹੈ ਲਾਸਟ ਬਜਟ ਤੇ ਦੇਖਦੇ ਆ ਚਲੋ ਕਿ ਕੀ ਚਾਈਨਾ ਤੇ ਇੰਪੋਰਟ ਟੈਕਸਿਸ ਕਿੰਨਾ ਕੁ ਵਧਾਉਂਦੇ ਆ। ਨਹੀਂ ਅੱਜ ਤਾਂ ਦੇਖੋ ਬਹੁਤ ਜ਼ਿਆਦਾ ਬਿਆਨ ਹੋ ਗਿਆ। ਰੇਲਵੇ ਦਾ ਜਿਹੜਾ ਵੱਡਾ ਬਜਟ 400 ਇੱਕ ਪ੍ਰੋਜੈਕਟ ਸੀਗਾ 471 ਕਰੋੜ ਦਾ, ਉਹ ਖਤਮ ਕਰਤਾ। ਮਹਾਰਾਸ਼ਟਰ ਨੇ ਟੋਟਲੀ ਬੈਨ ਕਰਤਾ, ਉਧਰ ਠਾਕਰੇ ਚੀਫ ਮਿਨਿਸਟਰ ਨੇ, ਵੀ ਅਸੀਂ ਚਾਈਨਾ ਦੇ ਨਾਲ ਜਿੰਨੇ ਵੀ ਸਾਡੇ ਪ੍ਰੋਜੈਕਟਾਂ ਨੂੰ ਕੈਨਸਲ ਕਰਦੇ ਆ। ਇਹ ਸੱਟ ਤਾਂ ਬਹੁਤ ਵੱਡੀ ਹੈ ਸਰ। ਜਿਹੜੀ ਸਰਦਾਰ ਪਟੇਲ ਦਾ ਬੁੱਤ ਬਣਾਇਆ ਗਿਆ ਉਹ ਚਾਈਨੀਜ਼ ਕੰਪਨੀ ਤੋਂ ਬਣਵਾਇਆ ਗਿਆ, ਜਿੱਥੇ 3000 ਕਰੋੜ ਖਰਚਿਆ ਗਿਆ, ਠੀਕ ਹੈ ਨਾ। ਤੇ ਇਹ ਤੇ ਇਹ ਜਿਹੜੀਆਂ ਗੱਲਾਂ ਨੇ ਨਾ ਸਰ, ਇਹ ਡਿਪਲੋਮੈਟਿਕ ਨੋ ਡਾਊਟ ਚੱਲਣੀਆਂ ਚਾਹੀਦੀਆਂ। ਇਹ ਚਾਈਨਾ ਨੇ ਜਿਹੜਾ ਸਟੈਪ ਬੈਕ ਕੀਤਾ, ਠੀਕ ਹੈ, ਉਹਨੂੰ ਆਪਣਾ ਨੁਕਸਾਨ ਨਜ਼ਰ ਆਇਆ, ਉਹਨੇ ਸਟੈਪ ਬੈਕ ਕੀਤਾ, ਪਰ ਜਿਹੜੇ ਸਾਡੇ 20 ਜਵਾਨ ਸ਼ਹੀਦ ਹੋ ਗਏ ਉਹ ਵਿਅਰਥ ਕੋ ਜਾ ਰਹੀ ਹੈ। ਇਹਦੇ ਵਿੱਚ ਤੁਸੀਂ ਵੱਡੀ ਜਿੱਤ ਸਮਝਦੇ ਕਿ ਨਹੀਂ ਸਮਝਦੇ? ਇੰਡੀਆ ਦੀ ਇਹ ਜਿੱਤ ਹੈ ਕਿ ਨਹੀਂ? ਜੇ ਚਾਈਨਾ ਅੱਜ ਬੈਕਵਰਡ ਤੇ ਗਿਆ, ਅੱਜ ਚਾਈਨਾ ਦੀ ਬੈਕਵਰਡ ਤੇ ਗਿਆ, ਬਾਦਲਾਂ ਦੀ ਜਿੱਤ ਹੈ, ਇੰਡੀਆ ਦੇ ਲੋਕਾਂ ਦੀ ਜਿੱਤ ਹੈ। ਠੀਕ ਹੈ। ਇਹ ਜਿਹੜਾ ਉਹਨਾਂ ਨੂੰ ਡਰ ਪਾਇਆ, ਇੰਡੀਆ ਦੇ ਲੋਕਾਂ ਦੀ ਜਾਗਰਤੀ ਨੇ ਡਰ ਪਾਤਾ। ਹਰ ਇੰਡੀਅਨ ਨੇ ਇੱਕ ਗੱਲ ਮਨ ਚ ਬਣਾ ਲਈ, ਧਾਰ ਲਈ, ਬੋਲਤੀ, ਕਹਿਤੀ ਕਿ ਅਸੀਂ ਕੋਈ ਚਾਈਨੀਜ਼ ਚੀਜ਼ ਅਸੀਂ ਯੂਜ਼ ਨਹੀਂ ਕਰਾਂਗੇ। ਚਾਈਨਾ ਦਾ ਬਹਿਸ਼ਕਾਰ ਕਰਾਂਗੇ। ਸਰਕਾਰ ਇਹਦੇ ਤੇ ਟੈਕਸ ਲਾਵੇ,
ਨਾ ਲਾਵੇ, ਇਹਨੂੰ ਕੋਈ ਮੰਗਾਵੇ। ਅਸੀਂ ਇਹਨੂੰ ਹੁਣ ਯੂਜ਼ ਨਹੀਂ ਕਰਨਾ। ਇੱਕ ਧਰਮ ਬਣਾ ਲਿਆ, ਜਦੋਂ ਅਸੀਂ ਇੱਕ ਧਰਮ ਬਣਾਇਆ ਇਸ ਗੱਲ ਤੋਂ ਡਰ ਗਏ ਵੀ ਜੇ ਇਹਨਾਂ ਨੇ ਧਰਮ ਬਣਾ ਲਿਆ, ਸਰਕਾਰ ਟੈਕਸ ਲਾਵੇ ਨਾ ਲਾਵੇ ਫਿਰ ਕੀ ਹੋ ਜਾਏਗਾ। ਕਿਉਂਕਿ ਦੁਨੀਆ ਦੇ ਅੰਦਰ ਸਾਡੀ ਜਿਹੜੇ ਦੇਸ਼ ਦੀ ਜਿਹੜੀ 130-35 ਕਰੋੜ ਦੀ ਆਬਾਦੀ ਆ, ਬਹੁਤ ਵੱਡਾ ਬਾਜ਼ਾਰ ਆ ਬਹੁਤ ਵੱਡਾ ਬਾਜ਼ਾਰ, ਇਸ ਕਰਕੇ ਉਹਨੂੰ ਵਾਕਈ ਉਹਨੂੰ ਮੂੰਹ ਦੀ ਖਾਣੀ ਪਈ ਆ। ਹਾਂਜੀ, ਲਾਸਟ ਤੁਸੀਂ ਦੇਖੋ, ਮੈਂ ਦੋਨਾਂ ਭਰਾਵਾਂ ਨਾਲ ਸਹਿਮਤ ਹਾਂ ਇਸ ਗੱਲ ਦੇ ਉੱਤੇ। 26% ਸਾਡੇ ਬਾਜ਼ਾਰ ਦੇ ਉੱਤੇ ਚਾਈਨਾ ਦਾ ਕਬਜ਼ਾ ਹੋਇਆ ਕਿਸੇ ਵੀ ਸਮੇਂ ਕਿਸੇ ਵੀ ਢੰਗ ਦੇ ਨਾਲ ਹੋਇਆ। ਉਹਦੇ ਚ ਤੁਸੀਂ ਗਿਣਾ ਤੇ ਹਰਿਆਣਾ ਸਰਕਾਰ ਨੇ ਵੀ ਜਿੰਨੇ ਪ੍ਰੋਜੈਕਟ ਆ ਸਾਰੇ ਬੈਨ ਕਰਤੇ ਆ। ਉਹਦੇ 70% ਦਵਾਈਆਂ ਆ ਰਹੀਆਂ ਰॉ ਮਟੀਰੀਅਲ। ਨਹੀਂ, ਮੈਂ ਬੁਰੀ ਗੱਲ ਕਰ ਰਿਹਾ, ਸਾਰੇ ਕੈਮੀਕਲ ਉੱਥੋਂ ਆ ਰਹੇ ਆ, ਰॉ ਮਟੀਰੀਅਲ ਉੱਥੋਂ ਆ ਰਿਹਾ। ਦੇਖੋ, ਹਜੇ ਤਾਂ ਪ੍ਰੋਜੈਕਟਾਂ ਦੀ ਗੱਲ ਚੱਲ ਰਹੀ ਹੈ ਨਾ। ਜੋ ਗੱਲ ਊਰਜਾ ਜੀ ਨੇ ਕਹੀ, ਪ੍ਰੋਫੈਸਰ ਸਾਹਿਬ ਨੇ ਕਹੀ, ਜਨਤਾ ਸਭ ਤੋਂ ਵੱਡੀ ਆ, ਸਰਕਾਰਾਂ ਤੋਂ ਵੀ ਉੱਪਰ ਜਨਤਾ। ਬਿਲਕੁਲ। ਅਗਰ ਜਨਤਾ ਉੱਠ ਖੜੀ ਹੋਈ, ਦੇਖੋ ਮੇਰੇ ਲਈ ਸਭ ਤੋਂ ਪਹਿਲਾਂ ਮੇਰਾ ਦੇਸ਼ ਆ, ਔਰ ਮੇਰੇ ਦੇਸ਼ ਦੇ ਲਈ ਅਗਰ ਕੋਈ ਗਦਾਰੀ ਕਰਦਾ, ਦੇਸ਼ ਨਾਲ ਕੋਈ ਧੱਕਾ ਕਰਦਾ, ਮੇਰੇ ਦੇਸ਼ ਦੇ ਜਵਾਨ ਨੂੰ ਅੱਖ ਦਿਖਾਉਂਦਾ, ਤਾਂ ਉਹਦੇ ਉਲਟ ਖੜਾ ਹੋਣਾ ਮੇਰਾ ਫਰਜ਼ ਆ। ਮੈਂ ਉਹਦੇ 'ਚ ਜੋ ਫਰਜ਼ ਇੱਥੇ ਬਹਿ ਕੇ ਅਦਾ ਕਰ ਸਕਦਾ, ਸਾਨੂੰ ਉਹ ਅਦਾ ਕਰਨਾ ਚਾਹੀਦਾ, ਔਰ ਜਨਤਾ ਨੂੰ ਖੜੀ ਹੋਣਾ ਚਾਹੀਦਾ। ਅਗਰ ਜਨਤਾ ਬਹਿਸ਼ਕਾਰ ਕਰ ਦੇਗੀ, ਸਰਕਾਰ ਚਾਹੇ ਸਾਰੀ ਡਿਊਟੀ ਫ੍ਰੀ ਕਰ ਦੇਵੇ, ਤਾਂ ਚਾਈਨਾ ਦਾ ਸਮਾਨ ਇੱਥੇ ਡਿਮਾਂਡ ਐਂਡ ਸਪਲਾਈ ਆ। ਅਗਰ ਸਾਡੀ ਡਿਮਾਂਡ ਖਤਮ ਹੋ ਜੂਗੀ ਤਾਂ ਚਾਈਨਾ ਇੱਥੇ ਵੜ ਨਹੀਂ ਸਕਦਾ। ਸਾਨੂੰ ਪਿੱਛੇ ਨੂੰ ਜਾਣਾ ਚਾਹੀਦਾ। ਸਾਨੂੰ ਆਪਣੀ ਜੋ ਤੁਸੀਂ ਅਗਲਾ ਤੁਹਾਡਾ ਸਵਾਲ ਆ, ਮੈਂ ਉਹਦੇ ਵੀ ਸਾਨੂੰ ਸਾਡਾ ਆਯੁਰਵੈਦਿਕ ਬਹੁਤ ਮਹਾਨ ਆ, ਸਾਨੂੰ ਉਹਦੇ ਤੇ ਜਾਣਾ ਚਾਹੀਦਾ। ਸਾਨੂੰ ਜ਼ਰੂਰਤ ਨਹੀਂ ਪੈਰਾਸੀਟਾਮੋਲ ਦੀ, ਸਾਨੂੰ ਦੀਆਂ ਦਵਾਈਆਂ ਦੀ। ਸਾਨੂੰ ਤਕੜੇ ਹੋ ਜਾਣਾ ਚਾਹੀਦਾ, ਔਰ ਸਰਕਾਰਾਂ ਆਪਣੇ ਆਪ ਆਪਣੇ ਫੈਸਲੇ ਬਦਲ ਲੈਂਦੀਆਂ ਜੇ ਜਨਤਾ ਖੜੀ ਹੋਵੇ। ਸਾਡੇ ਚੈਨਲ ਨੇ ਮੁਹਿੰਮ ਵੀ ਚਲਾਈ ਹੋਈ ਆ 10 ਦਿਨਾਂ ਦੀ ਵੀ ਅਸੀਂ ਬਿਲਕੁਲ ਚਾਈਨਾ ਦੇ ਪ੍ਰੋਡਕਟਾਂ ਦਾ ਬਹਿਸ਼ਕਾਰ ਕਰਨਾ। ਗੁਰੂ ਜੀ, ਅਗਲਾ ਸਵਾਲ ਮੇਰਾ ਆਇਆ ਵੀ ਕੇਂਦਰ ਸਰਕਾਰ ਨੇ ਇਸ ਕਰੋਨਾ ਮਹਾਮਾਰੀ ਨੂੰ ਵੀ ਧਿਆਨ 'ਚ ਨਹੀਂ ਰੱਖਿਆ, ਲੇਕਿਨ ਆਪਣੇ ਜਿਹੜੇ ਹੈ ਉਹ ਡੀਜ਼ਲ ਪੈਟਰੋਲ ਦੇ ਰੇਟ ਵਧਾਈ ਜਾ ਰਹੀ ਹੈ, ਔਰ ਲੋਕਾਂ ਦੇ ਵਿੱਚ ਇਸ ਲਈ ਤਰ੍ਹਾਂ ਹੀ ਹੈ, ਔਰ ਮੁੱਦਾ ਵੀ ਉੱਠਿਆ ਹੋਇਆ। ਕੀ ਕਹਿਣਾ ਚਾਹੋਗੇ, ਇਹ ਵਧਣੇ ਚਾਹੀਦੇ ਕਿ ਨਹੀਂ ਵਧਣੇ ਚਾਹੀਦੇ? ਕਿਉਂ ਵਧੇ? ਕਾਰਨ ਕੋਈ ਸਮਝ ਆਉਂਦਾ ਤੁਹਾਨੂੰ? ਪਹਿਲੇ ਤਾਂ ਮੈਂ ਇਹਦੇ ਤੇ ਇਹੀ ਕਹਿਣਾ ਚਾਹੁੰਦਾ, ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਸਾਨੂੰ ਆਤਮ ਨਿਰਭਰ ਹੋਣਾ ਪੈਣਾ ਜੀ। ਆਤਮ ਨਿਰਭਰ ਦਾ ਤਾਂ ਪਤਾ ਨਹੀਂ, ਪਰ ਅਸੀਂ ਸਾਰੇ ਬੋਝ ਨਿਰਭਰ ਜ਼ਰੂਰ ਹੋ ਗਏ ਇਸ ਵੇਲੇ, ਕਿਉਂਕਿ ਜਿੰਨੀਆਂ ਤੇਲ ਦੀਆਂ ਕੀਮਤਾਂ ਇਹਨਾਂ ਨੇ ਵਧਾਤੀਆਂ, ਰਿਕਾਰਡ ਹੀ ਤੋੜਤਾ। ਸਰ, ਜੇ ਤੁਸੀਂ ਇਹਦੀ ਟੈਕਸੇਸ਼ਨ ਦੇਖੋ ਨਾ ਪੈਟਰੋਲੀਅਮ ਤੇ, ਵਰਲਡ ਵਾਈਡ ਕੰਪੇਅਰ ਕਰੋ ਤੇ ਵੀ ਆਰ ਪੇਇੰਗ 70% ਟੈਕਸ ਔਨ ਪੈਟਰੋਲੀਅਮ, ਵਿਚ ਇਜ਼ ਹਾਈਐਸਟ ਇਨ ਦ ਵਰਲਡ। ਮਤਲਬ ਸਾਰੇ ਵਿਸ਼ਵ 'ਚ ਆਪਾਂ ਸਭ ਤੋਂ ਵੱਧ ਟੈਕਸ ਭਰ ਰਹੇ ਹਾਂ। ਤੇ ਕਰੂਡ ਆਇਲ ਜਿਹੜਾ ਆਪਾਂ ਕੱਚਾ ਤੇਲ ਕਹਿੰਦੇ ਆ, ਉਹਦੀ ਹਲੇ ਵਰਲਡ ਵਾਈਡ 'ਚ ਜਿਹੜੀ ਕੀਮਤ ਆ ਉਹ ਬਹੁਤ ਟੁੱਟ ਗਈ ਹੈ, ਬਹੁਤ ਥੱਲੇ ਆ ਗਈ ਹੈ। $40 ਤੋਂ ਥੱਲੇ ਲਗਭਗ $30 ਪਰ ਬੈਰਲ ਦੀ ਉਹਦੀ ਇਸ ਵੇਲੇ ਕੀਮਤ ਹੈ। ਤੁਹਾਨੂੰ ਪਿੱਛੇ ਜੇ ਦੱਸਵਾਂ, ਜਿਹੜੇ ਅਰਬ ਕੰਟਰੀ ਸੀਗੇ ਉਹ ਕਹਿੰਦੇ ਜੀ ਸਾਡੇ ਕੋਲ ਫ੍ਰੀ 'ਚ ਨੈਗੇਟਿਵ ਆ ਗਈ ਸੀ, ਨੈਗੇਟਿਵ ਆ ਗਈ ਸੀ, ਉਹ ਕਹਿੰਦੇ ਫ੍ਰੀ 'ਚ ਲੈ ਜਾਓ। ਉਹਨਾਂ ਕੋਲ ਤਾਂ ਚੱਕਣ ਦੇ ਇੰਨੇ ਪੈਸੇ ਨਹੀਂ ਸੀਗੇ, ਉਹ ਕਹਿੰਦੇ ਸਾਡਾ ਚੱਕਣ ਦਾ ਖਰਚਾ ਵੀ ਖਤਮ ਹੋ ਜਾਏ। ਬਿਲਕੁਲ ਸਰ, ਜਿਹੜਾ ਇਸ ਵੇਲੇ ਜਿਹੜਾ ਸਾਡੇ ਇੰਡੀਆ ਨੂੰ ਪੈ ਰਿਹਾ ਨਾ, ਸਾਰੇ ਟੈਕਸ ਟੁਕਸ ਪਾ ਕੇ, ਰਿਫਾਈਨਿੰਗ ਟੈਕਸ ਇਹ ਪਾ ਕੇ, ਉਹ ਪੈਂਦਾ 24 ਰੁਪਏ ਲੀਟਰ। ਪਰ ਜੇ ਤੁਸੀਂ ਅੱਜ ਦੇਖੋ ਕੀਮਤਾਂ ਜਿਹੜਾ ਲਗਾਤਾਰ ਵੱਧ ਰਿਹਾ ਪਿਛਲੇ 20 ਦਿਨਾਂ ਤੋਂ, ਤੇ ਅੱਜ ਪੈਟਰੋਲ ਦੀ ਕੀਮਤ ਹੋ ਗਈ 80 ਰੁਪਏ ਲੀਟਰ, 82 ਦੇ ਉੱਤੇ ਹੋ ਗਿਆ। ਮਤਲਬ ਲਗਭਗ 80 ਰੁਪਏ ਲੀਟਰ। ਤੇ ਇਹ ਤਾਂ ਸਾਡੇ ਲੋਕਾਂ ਤੇ ਸਰਾਸਰ ਬੋਝ ਪਾਇਆ ਜਾ ਰਿਹਾ। ਇੱਕ ਸਰ, ਲੋਕਾਂ ਦਾ ਕਾਰੋਬਾਰ ਦਾ ਲੱਕ ਟੁੱਟ ਗਿਆ ਸੀ ਨੋਟਬੰਦੀ ਨਾਲ, ਜਿਹੜਾ ਰਹਿੰਦੀ ਖੁੰਦੀ ਕਸਰ ਸੀ ਉਹ GST ਨੇ ਖਤਮ ਕਰਤਾ, ਜਿਹੜਾ ਬਿਲਕੁਲ ਹੀ ਵਿਚਾਰਾ ਥੋੜਾ ਬਹੁਤ ਲੰਗੜਾ ਰਿਹਾ ਸੀ ਉਹ ਸਾਡੇ ਅਨਫੋਰਚੂਨੇਟ ਇਸ ਮਹਾਮਾਰੀ ਕਰਕੇ ਉਹ ਵੀ ਖਤਮ ਹੋ ਗਿਆ। ਜਦੋਂ ਲੋਕਾਂ ਦੇ ਇਹ ਹਾਲਾਤ ਹੋ ਗਏ ਕਿ ਜੇਬ 'ਚ ਪੈਸਾ ਨਹੀਂ ਬਚਿਆ, ਤੇ ਸਾਡੀਆਂ ਸਰਕਾਰਾਂ ਵੱਲੋਂ ਸਾਡੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ। ਮੈਨੂੰ ਇਹ ਗੱਲ ਸਮਝ ਨਹੀਂ ਆਈ। ਇਹ ਕਹਿੰਦੇ ਸੀ ਕਿ ਅਸੀਂ 20 ਲੱਖ ਕਰੋੜ ਦਾ ਪੈਕੇਜ ਦੇ ਜਾ ਰਿਹਾ ਸਾਡੇ ਦੇਸ਼ ਵਾਸੀਆਂ ਨੂੰ। ਆਈ ਜਦੋਂ ਪ੍ਰਧਾਨ ਮੰਤਰੀ ਜੀ ਨੇ ਐਲਾਨ ਕੀਤਾ, ਸਾਰੇ ਖੁਸ਼ ਹੋਏ ਕਿ ਚਲੋ ਸਾਨੂੰ ਥੋੜੀ ਸਹੂਲਤ ਮਿਲੂਗੀ, ਸਾਡਾ ਬੋਝ ਘਟਾਇਆ ਜਾਊਗਾ ਇਸ ਨਾਲ। ਪਰ ਜੋ ਜਿਵੇਂ ਕੀਮਤਾਂ ਵਧਾ ਰਹੀ ਆ, ਮੈਨੂੰ ਤਾਂ ਇਹ ਲੱਗ ਰਿਹਾ 20 ਲੱਖ ਕਰੋੜ ਇਹਨਾਂ ਨੇ ਖਰਚਣਾ ਨਹੀਂ, ਸਗੋਂ ਇਹਨਾਂ ਨੇ ਇਕੱਠਾ ਕਰਨਾ। ਜੇ ਤੁਸੀਂ ਦੇਖੋ 55 ਰੁਪਏ ਜੇ ਟੈਕਸ ਵੱਧ ਲੈ ਰਿਹਾ, ਇਹਦਾ ਜੇ ਆਪਾਂ ਅਪਰੋਕਸੀਮੇਟਲੀ ਦੇਖ ਲਈਏ, ਜੇ 1 ਰੁਪਿਆ ਵੀ ਵਧਦਾ ਨਾ ਸਰ, ਤੇ 13,000 ਕਰੋੜ ਦਾ ਰੈਵਨਿਊ ਜਨਰੇਟ ਹੁੰਦਾ ਕੇਂਦਰ ਦੀ ਸਰਕਾਰ ਨੂੰ। ਜੇ 55 ਰੁਪਏ ਵਧਾਤੇ, ਦੈਟ ਮੀਨਸ 7,15,000 ਕਰੋੜ ਦਾ ਰੈਵਨਿਊ ਜਨਰੇਟ ਹੋ ਰਿਹਾ। ਮਤਲਬ ਇਹ ਤਾਂ ਸਿੱਧਾ ਸਿਰ ਬੋਝ ਪਾਇਆ ਜਾ ਰਿਹਾ ਸਾਡੇ ਲੋਕਾਂ ਤੇ। ਇਸ ਕਰਕੇ ਸਾਡੇ ਆਮ ਲੋਕਾਂ ਵੱਲੋਂ ਨਿਮਰਤਾ ਨਾਲ ਬੇਨਤੀ ਹੈ ਕੇਂਦਰ ਸਰਕਾਰ ਨੂੰ, ਦੇਸ਼ ਦੇ ਲੋਕਾਂ ਦਾ ਦਰਦ ਸਮਝੋ। ਚਲੋ ਸੁਣ ਲੈਂਦੇ ਆ, ਜੇ ਏਦਾਂ ਹੀ ਕੀਮਤਾਂ ਆਪਾਂ ਸਰਕਾਰ ਨੂੰ ਬੈਠੇ ਨੁਮਾਇੰਦੇ ਬੀਜੇਪੀ ਨੂੰ ਸੁਣ ਲੈਂਦੇ ਆ। ਹਾਂਜੀ ਦੱਸੋ। ਇਹ ਵੀ ਬੁਲਾ ਰਹੇ ਨੇ। ਮੈਂ ਤਾਂ ਇਹਨਾਂ ਦੇ ਰਾਹੀਂ ਕਹੂੰਗਾ ਕਿ ਕੇਂਦਰ ਸਰਕਾਰ ਤੱਕ ਜੇ ਇਹਨਾਂ ਦੀ ਸੁਣਦਾ ਕੋਈ ਆਵਾਜ਼, ਤੇ ਕਿਰਪਾ ਕਰਕੇ ਲੋਕਾਂ ਦੀ ਜਿਹੜਾ ਬੋਝ ਪੈ ਰਿਹਾ, ਬੋਝ ਘਟਾਓ। ਆਤਮ ਨਿਰਭਰ ਨਹੀਂ,
ਇਸ ਵੇਲੇ ਬੋਝ ਨਿਰਭਰ ਹੋ ਗਏ ਆ ਸਾਡੇ ਦੇਸ਼ ਦੇ ਲੋਕ। ਧੀਮਾਨ ਜੀ, ਜਿਸ ਤਰ੍ਹਾਂ ਤੁਹਾਡੇ ਭਾਈਵਾਲ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਕੱਲ ਤਕਰੀਬਨ ਸੁਖਬੀਰ ਬਾਦਲ ਜੀ ਨੇ ਵੀ ਇਹੀ ਗੱਲ ਕਹੀ ਹੈ ਵੀ ਕੇਂਦਰ ਨੂੰ ਸਾਡੇ ਉੱਤੇ ਜਿਹੜੀਆਂ ਕੀਮਤਾਂ ਤੁਸੀਂ ਵਧਾਈਆਂ, ਖਾਸ ਕਰਕੇ ਪੈਟਰੋਲ ਤੇ ਡੀਜ਼ਲ, ਉਹ ਘਟਾਓ। ਔਰ ਉਹਨਾਂ ਨੇ ਕੈਪਟਨ ਸਰਕਾਰ ਨੂੰ ਵੀ ਕਿਹਾ ਵੀ ਜਿਹੜਾ ਤੁਸੀਂ ਬੈਟ ਆ ਇਹ ਪੈਟਰੋਲ ਡੀਜ਼ਲ ਤੇ ਮਾਫ ਕਰੋ, ਸਾਡੇ ਕਿਸਾਨ ਜਿਹੜੇ ਝੋਨਾ ਲਾ ਰਹੇ ਆ ਉਹਨਾਂ ਦੇ ਜਿਹੜਾ ਹੋਰ ਵੀ ਡੀਜ਼ਲ ਹੈ, ਟਰੈਕਟਰ ਹੈ, ਔਰ ਨਾਲ ਦੀ ਨਾਲ ਉਹਨਾਂ ਨੇ ਆਉਣਾ ਜਾਣਾ ਟਰਾਂਸਪੋਰਟੇਸ਼ਨ ਆ ਸਾਰਾ ਜਿਹੜਾ ਹੈ ਉਹ ਲੱਕ ਤੋੜ ਦੇਗੀ। ਕੀ ਕਹਿਣਾ ਚਾਹੋਗੇ? ਦੇਖੋ, ਉਹਨਾਂ ਦਾ ਅਧਿਕਾਰ ਹੈ ਜੀ, ਰਾਜਨੀਤਿਕ ਤੌਰ ਤੇ ਕੋਈ ਵੀ ਬਿਆਨ ਦੇ ਸਕਦੇ ਨੇ। ਪ੍ਰੋਫੈਸਰ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਵੀ ਜਿੰਨੇ ਪੈਟਰੋਲ ਦੇ ਡੀਜ਼ਲ ਦੇ ਉੱਤੇ ਟੈਕਸ ਨੇ ਉਹ ਇੰਨੇ ਜ਼ਿਆਦਾ, ਬਹੁਤ ਜ਼ਿਆਦਾ ਤਾਦਾਦ 'ਚ ਉਹ ਟੈਕਸ ਲਗਾਈ ਕਿਨੇ। ਜਦੋਂ ਕਰੋਨਾ ਕਾਲ ਸ਼ੁਰੂ ਹੋਇਆ, ਡੀਜ਼ਲ ਪੈਟਰੋਲ ਦੇ ਰੇਟ ਥੱਲੇ ਆਏ, ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਟੈਕਸ ਲਾਤਾ। ਰੀਸੈਂਟਲੀ ਪਿਛਲੇ ਹਫਤੇ ਫੇਰ ਉਹਦਾ ਜਿਹੜਾ ਵੈਟ ਆ ਉਹ ਵਧਾਤਾ, ਪੈਟਰੋਲ ਡੀਜ਼ਲ ਦੇ ਉੱਤੇ ਵੈਟ ਲੱਗਦਾ, ਉਹਦੀ ਰੇਸ਼ੋ ਵਧਾਤੀ। ਦੇਖੋ, ਸਰਕਾਰਾਂ ਨੇ ਜੇ ਸੈਂਟਰ ਗਵਰਨਮੈਂਟ ਜੇ ਰੇਟ ਵਧਾ ਰਹੀ ਆ, ਜਨਤਾ ਦੇ ਉੱਤੇ ਅਗਰ ਬੋਝ ਪੈ ਰਿਹਾ, ਤਾਂ ਜਿਹੜੇ ਰਸੋਈ ਗੈਸ ਦੇ ਸਿਲੰਡਰ 900 ਰੁਪਏ ਤੋਂ ਘਟਾ ਕੇ 650 ਰੁਪਏ ਆ ਗਿਆ, ਉਸ ਤੋਂ ਥੱਲੇ ਆ ਗਿਆ, ਤਾਂ ਉਹ ਪੈਟਰੋਲੀਅਮ ਪ੍ਰੋਡਕਟ ਆ, ਉਹਦਾ ਯੋਗਦਾਨ ਕਿੱਥੇ ਜਾਊਗਾ? ਉਹ ਰੇਟ ਘਟੇ, ਉਹਨਾਂ ਨੂੰ ਘਟਾ ਕੇ ਉੱਥੇ ਲੈ ਕੇ ਆਂਦਾ ਤਾਂ ਜੋ ਆਮ ਜਨਤਾ ਦੀ ਰਸੋਈ ਤੱਕ ਸਹੀ ਪਹੁੰਚ ਹੋ ਸਕੇ। ਚਲੋ, ਮੇਰੇ ਕੋਲ ਸਮਾਂ ਘੱਟ ਹੈ ਜਰਾ। ਦੇਖੋ, ਜਿਹੜੀਆਂ ਸਰਕਾਰ ਦੀਆਂ ਪਾਲਿਸੀਜ਼ ਨੇ, ਇਹ ਕਹਿੰਦੇ 20 ਲੱਖ ਕਰੋੜ ਇਹਨਾਂ ਨੇ ਇਕੱਠਾ ਕਰਨਾ। ਦੇਖੋ, ਇਹ ਕਹਿੰਦੇ ਇੱਕ ਪਾਸੇ ਸੁਝਾਅ ਦੇ ਰਹੇ ਨੇ, ਦੂਜੇ ਪਾਸੇ ਇਲਜ਼ਾਮ ਲਾ ਰਹੇ ਨੇ। ਕਦੇ ਨੋਟਬੰਦੀ ਦੀ ਗੱਲ ਕਰਦੇ ਆ, ਕਦੇ GST ਦੀ। ਮੈਂ ਕਹਿੰਦਾ ਤੁਸੀਂ ਨੋਟਬੰਦੀ ਦੇ ਵਿੱਚ ਇੱਕ ਵੀ ਗਰੀਬ ਆਦਮੀ ਮਰਿਆ ਅਗਰ ਪੇਸ਼ ਕਰ ਦੋ ਤਾਂ ਜੋ ਕਹੋ ਉਹ ਅਸੀਂ ਦੇਣਾ। ਚਲੋ, 150 ਬੰਦਾ ਲਾਈਨ 'ਚ ਲੱਗ ਕੇ ਮਰਿਆ ਸਰ, 150 ਬੰਦਾ ਲਾਈਨ 'ਚ ਲੱਗ ਕੇ ਮਰਿਆ। ਰਿਪੋਰਟਸ ਨੇ ਸਰ, ਰਿਪੋਰਟਸ ਨੇ। ਤੁਸੀਂ ਗਲਤ ਬਿਆਨ ਨਾ ਦਿਓ। ਇੱਕ ਕੁੜੀ ਦਾ ਵਿਆਹ ਧਰਿਆ ਸੀ ਗੁਰਦਾਸਪੁਰ ਦੇ ਬੰਦੇ ਨੇ, ਨੋਟਬੰਦੀ ਕਰਕੇ ਉਹਨੇ ਸੁਸਾਈਡ ਕਰ ਲਿਆ। ਤੁਸੀਂ ਗਲਤ ਨੋਟਬੰਦੀ ਦਾ ਵਿਸ਼ਾ 2% GDP ਡਾਊਨ ਆਈ ਹੈ, 2% GDP ਡਾਊਨ ਆਈ ਹੈ। ਭੁੱਖਮਰੀ ਵਧੀ ਹੈ, ਭੁੱਖਮਰੀ ਵਧੀ ਹੈ। ਕਾਲਾ ਪੈਸਾ ਕਿੱਥੇ ਆ? ਤੁਸੀਂ ਨੋਟਬੰਦੀ ਨਾਲ ਕਿਹਾ ਸੀ ਕਾਲਾ ਪੈਸਾ, ਕਾਲਾ ਪੈਸਾ ਕਿੱਥੇ ਆ? ਕਾਲਾ ਪੈਸਾ ਕਿੱਥੇ ਆ? ਕਾਲਾ ਪੈਸਾ ਕਿੱਥੇ? ਕਾਲਾ ਪੈਸਾ ਕਿੱਥੇ ਆ? ਕਾਲਾ ਪੈਸਾ ਕਿੱਥੇ ਆ? ਜਿਹਨਾਂ ਕੋਲ ਕਾਲਾ ਧਨ ਜਮਾ ਸੀਗਾ, ਕਿੱਥੇ ਆ ਕਾਲਾ ਪੈਸਾ? ਤੁਸੀਂ ਉਹ ਕਿਹੜਾ ਕਾਲਾ ਧਨ ਸੀ? ਗੱਲ ਕਰਦਾ ਬੈਂਕ ਸਾਰੇ ਡਾਊਨ। ਕਾਲਾ ਪੈਸਾ ਕਿੱਥੇ ਆ? GST ਦੀ ਗੱਲ ਕੀਤੀ, ਦੱਸੋ ਕਿੰਨੇ ਵਪਾਰ GST ਨਾਲ ਕਿੰਨੀਆਂ? ਅੱਜ ਤੱਕ ਅਮੈਂਡਮੈਂਟ ਚੱਲ ਰਹੀ ਹੈ, ਅੱਜ ਤੱਕ ਅਮੈਂਡਮੈਂਟ ਚੱਲ ਰਹੀ ਹੈ। ਸਮਝ ਨਹੀਂ ਆ ਰਿਹਾ ਕਿਸੇ ਨੂੰ GST ਸਮਝ ਨਹੀਂ ਆ ਰਿਹਾ। ਇਹ ਦੇਸ਼ ਦੀ ਪਾਲਿਸੀ ਆ ਕਿ ਤੁਹਾਡੇ ਲਈ ਹਮੇਸ਼ਾ ਦਰਬਾਰ ਖੁੱਲੇ ਆ। ਤੁਸੀਂ ਅੱਜ ਜੇ ਬੇਨਤੀ ਕੋਈ ਕਰ ਰਹੇ ਹੋ, ਸਰਕਾਰ ਨੂੰ ਕਰ ਰਹੇ ਹੋ ਜਾਂ ਪ੍ਰਧਾਨ ਮੰਤਰੀ ਨੂੰ ਕਰ ਰਹੇ ਹੋ, ਅਮੈਂਡਮੈਂਟ ਲਈ ਤਿਆਰ ਨੇ ਤਾਂ ਹੋ। ਪੈਟਰੋਲੀਅਮ ਨੂੰ GST ਤੋਂ ਬਾਹਰ ਕਿਉਂ ਰੱਖਿਆ ਗਿਆ? ਪੈਟਰੋਲੀਅਮ ਨੂੰ GST ਤੋਂ ਬਾਹਰ ਕਿਉਂ ਰੱਖਿਆ ਗਿਆ? ਸਮਾਂ ਹੋ ਗਿਆ ਮੇਰੇ ਕੋਲ, ਸੌਰੀ, ਮੈਂ ਸਮੇਂ ਹੈ ਨਹੀਂ। ਬਹੁਤ ਅੱਛੀ ਚਰਚਾ ਹੋਈ ਹੈ, ਲੇਕਿਨ ਇਹ ਆ ਵੀ ਅਸੀਂ ਉਹੀ ਗੱਲ ਆ ਜਾਂਦੀ ਜੇ ਅਸੀਂ ਮੰਚ ਤੇ ਵੀ ਸਿਆਸਤ ਕਰ ਰਹੇ ਹਾਂ ਤੇ ਦੇਸ਼ ਵਿੱਚ ਵੀ ਸਿਆਸਤ ਹੋ ਰਹੀ ਆ। ਖਾਸ ਕਰਕੇ ਮੈਂ ਜ਼ਰੂਰ ਇਸ ਮੰਚ ਤੋਂ ਕਹਿਣਾ ਚਾਹੂੰਗਾ ਵੀ ਦੇਸ਼ ਦੇ ਸੈਨਾ ਵਾਸਤੇ, ਦੇਸ਼ ਦੇ ਜਵਾਨਾਂ ਲਈ ਜਿਹੜੀ ਸਿਆਸਤ ਹੋ ਰਹੀ ਆ, ਇੱਕ ਦੂਜੇ ਤੇ ਬਾਰ ਪਲਟਵਾਰ ਹੋ ਰਿਹਾ, ਉਹ ਨਹੀਂ ਹੋਣਾ ਚਾਹੀਦਾ। ਔਰ ਦੁਨੀਆ ਨੂੰ ਦਿਖਾਉਣਾ ਚਾਹੀਦਾ ਅਸੀਂ ਇੱਕ ਹਾਂ, ਅੰਦਰੋਂ ਤਾਂ ਸਾਰੇ ਅਸੀਂ ਇੱਕ ਹਾਂ, ਜੀ ਜਾਨ ਨਾਲ ਆਪਣੀ ਖੇਲ ਕੇ ਵੀ ਅਸੀਂ ਹੱਦਾਂ ਦੀ ਜਿਹੜੀ ਰਾਖੀ ਕਰ ਰਹੇ ਨੇ। ਲੇਕਿਨ ਉਹਨਾਂ ਦਾ ਜਿਹੜਾ ਸ਼ੌਰਯ ਹੈ, ਉਹਨਾਂ ਦਾ ਮਨੋਬਲ ਉਹ ਤਦ ਹੀ ਵਧੇਗਾ ਜੇ ਅਸੀਂ ਵੀ ਸਾਰੇ ਸਿਆਸਤ ਛੱਡ ਕੇ ਹੁਣ ਵੀਰ ਜਵਾਨਾਂ ਦੀ ਜਿਹੜੀ ਹੈ ਉਹਨਾਂ ਦਾ ਹੌਸਲਾ ਵਧਾਈਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਦੇਸ਼ ਇਸ ਤਰੀਕੇ ਦੀ ਕੋਈ ਹਰਕਤ ਨਾ ਕਰ ਸਕੇ ਔਰ ਕੋਈ ਅੱਖ ਨਾ ਚੱਕ ਸਕੇ। ਔਰ ਨਾਲ ਦੀ ਨਾਲ ਮੈਂ ਵੀ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਅੱਜ ਪੈਟਰੋਲ ਡੀਜ਼ਲ ਦੀ ਕੀਮਤਾਂ ਦਾ ਜਿਹੜਾ ਹੈ ਮੁੱਦਾ ਉੱਠਿਆ, ਇਹ ਸਰਕਾਰ ਨੂੰ ਧਿਆਨ 'ਚ ਲੈਣਾ ਚਾਹੀਦਾ, ਕਿਉਂਕਿ ਹਾਹਾਕਾਰ ਤਾਂ ਪਹਿਲੀ ਪਈ ਹੋਈ ਆ ਔਰ ਅਰਥ ਵਿਵਸਥਾ ਪਹਿਲੀ ਪੱਟੀ ਤੋਂ ਉਤਰੀ ਹੋਈ ਆ। ਔਰ ਲੋਕ ਜਿਹੜੇ ਗਰੀਬ ਗੁਰਬਾ ਲੋਕ ਆ, ਹਰ ਇੱਕ ਦੇ ਲਈ ਇਹ ਜ਼ਰੂਰੀ ਆ, ਕਿਉਂਕਿ ਪੈਟਰੋਲ ਵੀ ਹਰ ਇੱਕ ਲਈ ਜ਼ਰੂਰੀ ਆ, ਡੀਜ਼ਲ ਵੀ ਹਰ ਇੱਕ ਲਈ ਜ਼ਰੂਰੀ ਆ। ਉਹਨੂੰ ਧਿਆਨ 'ਚ ਰੱਖਦੇ ਹੋਏ ਸਰਕਾਰਾਂ ਨੂੰ ਇਹਦਾ ਨਤੀਜਾ ਕੋਈ ਕੱਢਣਾ ਚਾਹੀਦਾ, ਕਿਉਂਕਿ ਇਸ ਵੇਲੇ ਜਿਹੜੇ ਬੈਰਲ ਦੀ ਰੇਟ ਉਸ ਤੁਹਾਨੂੰ ਵੀ ਪਤਾ, ਦੁਨੀਆ ਨੂੰ ਵੀ ਪਤਾ, ਅੱਜ ਬੱਚੇ ਨੂੰ ਪਤਾ, ਗੂਗਲ ਗੁਰੂ ਤੋਂ ਸਭ ਕੁਝ ਪਤਾ ਲੱਗ ਜਾਂਦਾ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣ, ਇਹਨੂੰ ਇਮੀਡੀਏਟ ਵਾਪਸ ਲਿੱਤਾ ਜਾਵੇ। ਔਰ ਨਾਲ ਦੀ ਨਾਲ ਮੈਂ ਸਾਰਿਆਂ ਦਾ, ਤੁਹਾਡਿਆਂ ਦਾ ਧੰਨਵਾਦ ਕਰਦਾ, ਤੁਸੀਂ ਇਸ ਚਰਚਾ ਦੇ ਵਿੱਚ ਸ਼ਾਮਲ ਹੋਏ। ਬਹੁਤ ਬਹੁਤ ਧੰਨਵਾਦ।